ਅੱਜ ਅਸੀਂ ਵਿਅਕਤੀਗਤ ਅਰਥਸ਼ਾਸਤਰ ਦੇ ਸਿਧਾਂਤ ਪਾਰਟ 1 BECC ਕੋਰਸ ਕੋਡ 131 131 ਇਕਾਈ ਪਹਿਲਾ ਯੂਨਿਟ 1 ਦਾ ਪਹਿਲਾ ਚੈਪਟਰ ਇੰਟਰੋਡਕਸ਼ਨ ਟੂ ਇਕਨੋਮਿਕਸ ਐਂਡ ਇਕੋਨਮੀ ਸ਼ੁਰੂ ਕਰਾਂਗੇ। ਇਕਨੋਮਿਕਸ ਨੂੰ ਪੰਜਾਬੀ ਚ ਅਰਥਸ਼ਾਸਤਰ ਕਹਿੰਦੇ ਆ, ਇਸ ਨੂੰ ਅਰਥ ਵਿਗਿਆਨ ਵੀ ਕਹਿ ਸਕਦੇ ਹਾਂ, ਅਤੇ ਇਕੋਨਮੀ ਨੂੰ ਅਸੀਂ ਅਰਥ ਵਿਵਸਥਾ ਕਹਿੰਦੇ ਹਾਂ। ਤਾਂ ਅਰਥਸ਼ਾਸਤਰ ਅਤੇ ਅਰਥ ਵਿਵਸਥਾ ਦੀ ਇੰਟਰੋਡਕਸ਼ਨ ਮਤਲਬ ਜਾਣ ਪਹਿਚਾਣ ਅਸੀਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਦੀ ਜਿਹੜੀ ਪਰਿਭਾਸ਼ਾ ਹੈ ਅਰਥਸ਼ਾਸਤਰ ਦੀ ਪਰਿਭਾਸ਼ਾ ਉਸ ਦੀ ਗੱਲ ਕਰਾਂਗੇ। ਬਹੁਤ ਸਾਰੇ ਅਰਥਸ਼ਾਸਤਰੀਆਂ ਨੇ ਆਪਣੇ ਆਪਣੇ ਢੰਗ ਦੇ ਨਾਲ ਅਰਥਸ਼ਾਸਤਰ ਦੀ ਪਰਿਭਾਸ਼ਾ ਦਿੱਤੀ ਹੈ। ਜਿਹੜੀ ਇਸ ਦੀ ਆਧੁਨਿਕ ਪਰਿਭਾਸ਼ਾ ਹੈ, ਮਤਲਬ ਆਧੁਨਿਕ ਅਰਥਸ਼ਾਸਤਰ ਹੈ, ਜਿਹੜਾ ਆਧੁਨਿਕ ਅਰਥਸ਼ਾਸਤਰ ਦੇ ਜਨਮਦਾਤਾ ਜਿਸ ਨੂੰ ਅਸੀਂ ਫਾਦਰ ਆਫ ਇਕਨੋਮਿਕਸ ਕਹਿੰਦੇ ਹਾਂ, ਉਹ ਹੈ ਐਡਮ ਸਮਿਥ। ਐਡਮ ਸਮਿਥ ਨੇ ਨੇਚਰ ਐਂਡ ਕਾਜ਼ਜ਼ ਆਫ ਵੈਲਥ ਆਫ ਨੇਸ਼ਨ, ਇਹ ਕਿਤਾਬ ਦਾ ਨਾਮ ਹੈ। ਉਸ ਦੇ ਵਿੱਚ ਅਰਥਸ਼ਾਸਤਰ ਦੀ ਪਰਿਭਾਸ਼ਾ ਨੂੰ, ਮੌਜੂਦਾ ਅਰਥਸ਼ਾਸਤਰ ਦੀ ਪਰਿਭਾਸ਼ਾ ਨੂੰ ਪਹਿਲਾ ਵਾਰੀ ਉਸਨੇ ਜ਼ਿਕਰ ਕੀਤਾ। ਪਹਿਲਾਂ ਇਕਨੋਮਿਕਸ ਨੂੰ ਹੋਰ ਵਿਸ਼ਿਆਂ ਦੇ ਨਾਲ, ਪੋਲੀਟੀਕਲ ਸਾਇੰਸ ਦੇ ਨਾਲ ਅਤੇ ਹੋਰ ਕਈ ਸਬਜੈਕਟਸ ਦੇ ਨਾਲ ਇਸ ਨੂੰ ਪੜ੍ਹਾਇਆ ਜਾਂਦਾ ਸੀ। ਤਾਂ ਐਡਮ ਸਮਿਥ ਤੋਂ ਬਾਅਦ ਮਾਰਸ਼ਲ, ਰੋਬਿਨਸ, ਹੋਰ ਬਹੁਤ ਸਾਰੇ ਇਕੋਨੋਮਿਸਟ ਨੇ ਆਪਣੇ ਆਪਣੇ ਢੰਗ ਦੇ ਨਾਲ ਪਰਿਭਾਸ਼ਾ ਦਿੱਤੀ। ਤਾਂ ਉਹਨਾਂ ਵਿੱਚੋਂ ਇੱਕ ਅਰਥਸ਼ਾਸਤਰੀ ਹੈਗੇ P.A. ਸੈਮੁਅਲਸਨ, SAMUELSON, ਸੈਮੁਅਲਸਨ। ਜਿੰਨੇ ਵੀ ਪਰਿਭਾਸ਼ਾ ਨੇ ਉਹਨਾਂ ਨੇ ਸਮਰੀ ਮਤਲਬ ਸੰਖੇਪ ਦੇ ਵਿੱਚ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਮੁਤਾਬਕ ਅਰਥਸ਼ਾਸਤਰ ਜਿਹੜੀ ਹੈ ਇੱਕ ਸਮਾਜ ਦੇ ਜਿਹੜੀਆਂ ਸੰਸਥਾਵਾਂ ਨੇ ਅਤੇ ਜਿਹੜੀ ਟੈਕਨੋਲੋਜੀ ਹੈ, ਜਿਹੜੀ ਤਕਨੀਕ ਹੈ, ਉਹ ਵਿਸ਼ਲੇਸ਼ਣ ਕਰਦੀ ਹੈ। ਮਤਲਬ ਜਿਹੜੀ ਸੰਸਥਾਵਾਂ ਨੇ ਅਤੇ ਟੈਕਨੋਲੋਜੀ ਇਸ ਗੱਲ ਦਾ ਵਿਸ਼ਲੇਸ਼ਣ ਕਰਦੀ ਹੈ ਕਿ ਕਿਵੇਂ ਕੀਮਤਾਂ ਜਿਹੜੀਆਂ ਨੇ ਪ੍ਰਭਾਵਿਤ ਹੁੰਦੀਆਂ ਨੇ ਜਾਂ ਕਿਵੇਂ ਕੀਮਤਾਂ ਪ੍ਰਭਾਵਿਤ ਕਰਦੀਆਂ ਨੇ, ਅਤੇ ਐਲੋਕੇਸ਼ਨ ਆਫ ਰਿਸੋਰਸਿਸ ਅਮੰਗ ਡਿਫਰੈਂਟ ਯੂਜ਼ਸ, ਜਿਹੜੇ ਸਾਧਨਾਂ ਦੀ ਵੰਡ ਹੈ ਅਸੀਂ ਵੱਖ-ਵੱਖ ਪ੍ਰਯੋਗਾਂ ਦੇ ਵਿੱਚ ਕਿਵੇਂ ਵੰਡ ਕਰਦੇ ਹਾਂ। ਮਤਲਬ ਸਾਧਨਾਂ ਨੂੰ, ਜਿਹੜੇ ਵੀ ਸਾਧਨ ਹੈਗੇ ਹੈ, ਚਾਹੇ ਉਹ ਕੱਚਾ ਮਾਲ ਹੈ, ਚਾਹੇ ਵਿੱਤੀ ਸਾਧਨ ਨੇ, ਉਹਨਾਂ ਨੂੰ ਅਸੀਂ ਵੱਖ-ਵੱਖ ਪ੍ਰਯੋਗਾਂ ਦੇ ਵਿੱਚ ਕਿਵੇਂ ਵੰਡਦੇ ਹਾਂ। ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੀ ਵਿੱਤੀ ਮਾਰਕੀਟ ਹੈ, ਫਾਈਨੈਂਸ਼ੀਅਲ ਮਾਰਕੀਟ ਹੈ, ਉਸ ਦੇ ਬਿਹੇਵੀਅਰ ਨੂੰ, ਉਸ ਦੇ ਵਿਵਹਾਰ ਨੂੰ ਵੀ ਅਸੀਂ ਜਾਂਚ ਪੜਤਾਲ ਕਰਦੇ ਹਾਂ ਅਰਥਸ਼ਾਸਤਰ ਦੇ ਵਿੱਚ। ਇਸ ਦੇ ਵਿੱਚ ਅਸੀਂ ਵਿਆਜ ਦੀ ਦਰ, ਸਟਾਕ ਦੇ ਵਿੱਚ ਜਿਹੜੀਆਂ ਕੀਮਤਾਂ ਦੇ ਵਿੱਚ ਉਤਾਰ ਚੜਾਅ ਨੇ, ਸੇਵਿੰਗ ਦੇ ਵਿੱਚ ਜਾਂ ਜਿਹੜੀਆਂ ਸਟਾਕ ਐਕਸਚੇਂਜ ਮਾਰਕੀਟ ਨੇ, ਉਹਨਾਂ ਵਿੱਚ ਕਿਵੇਂ ਸ਼ੇਅਰ ਮਾਰਕੀਟ ਦੇ ਵਿੱਚ ਉਤਾਰ ਚੜਾਅ ਹੁੰਦਾ ਹੈ। ਫਿਰ ਅਸੀਂ ਕਰਦੇ ਹਾਂ ਇਹਦੇ ਵਿੱਚ ਐਗਜ਼ਾਮਿਨ ਕਰਦੇ ਹਾਂ, ਅਸੀਂ ਜਾਂਚ ਪੜਤਾਲ ਕਰਦੇ ਹਾਂ ਕਿ ਕਿਵੇਂ ਆਮਦਨ ਦੀ ਵੰਡ ਹੁੰਦੀ ਹੈ, ਅਤੇ ਫਿਰ ਇਸ 'ਚ ਸੁਝਾਅ ਦਿੱਤੇ ਜਾਂਦੇ ਨੇ ਕਿ ਪੂਰ ਨੂੰ, ਗਰੀਬ ਲੋਕਾਂ ਨੂੰ ਕਿਵੇਂ ਮਦਦ ਕੀਤੀ ਜਾ ਸਕਦੀ ਹੈ। ਇਕੋਨਮੀ ਦੀ, ਅਰਥ ਵਿਵਸਥਾ ਦੀ ਜਿਹੜੀ ਪਰਫਾਰਮੈਂਸ ਹੈ, ਜਿਹੜੀ ਕਾਰਿਆਸ਼ਾਲੀ ਹੈ, ਉਸ ਨੂੰ ਬਿਨਾਂ ਪ੍ਰਭਾਵਿਤ ਕੀਤੇ ਹੋਏ ਗਰੀਬਾਂ ਦੀ ਕਿਵੇਂ ਮਦਦ ਕੀਤੀ ਜਾ ਸਕਦੀ ਹੈ, ਅਤੇ ਇਸ ਨੂੰ ਗਰੀਬਾਂ ਦੀ ਮਦਦ ਕਰਨ ਦੇ ਲਈ ਆਮਦਨ ਦੀ ਵੰਡ ਕਿਵੇਂ ਕੀਤੀ ਜਾਵੇ। ਫਿਰ ਅਸੀਂ ਇਕਨੋਮਿਕਸ ਦੇ ਵਿੱਚ ਜਿਹੜੇ ਬਿਜ਼ਨਸ ਸਾਈਕਲਸ ਨੇ, ਵਪਾਰਿਕ ਚੱਕਰ ਨੇ, ਉਹਨਾਂ ਦਾ ਵੀ ਅਧਿਐਨ ਕਰਦੇ ਹਾਂ। ਵਪਾਰਿਕ ਚੱਕਰ ਕੀ ਹੁੰਦੇ ਹੈ? ਵਪਾਰਿਕ ਚੱਕਰ ਹੁੰਦਾ ਹੈ ਕਿ ਕਦੀ ਕੀਮਤਾਂ ਦਾ ਘਟਣਾ, ਕਦੀ ਕੀਮਤਾਂ ਦਾ ਵਧਣਾ, ਕਦੀ ਵਪਾਰ ਵੱਧ ਜਾਣਾ, ਕਦੀ ਵਪਾਰ ਘਟ ਜਾਣਾ, ਕਦੀ ਅਨਇੰਪਲੋਇਮੈਂਟ, ਬੇਰੁਜ਼ਗਾਰੀ ਵੱਧ ਜਾਣੀ, ਕਦੀ ਘਟ ਜਾਣੀ, ਤਾਂ ਕਦੀ ਮੰਗ ਵੱਧ ਜਾਣੀ, ਘਟ ਜਾਣੀ। ਇਹ ਚੱਕਰ ਜਿਹੜਾ ਹੈ ਚੱਲਦਾ ਰਹਿੰਦਾ ਹੈ। ਤਾਂ ਇਹ, ਅਤੇ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਜਿਹੜੀ ਮੌਦਰਿਕ ਨੀਤੀ ਹੈ ਬੇਰੁਜ਼ਗਾਰੀ ਨੂੰ ਅਤੇ ਵੱਧ ਰਹੀ ਕੀਮਤਾਂ ਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਵੱਧ ਰਹੀ ਕੀਮਤਾਂ ਨੂੰ ਕਿਵੇਂ ਅਸੀਂ ਕਾਬੂ 'ਚ ਲੈ ਕੇ ਆ ਸਕਦੇ ਹਾਂ, ਅਤੇ ਬੇਰੁਜ਼ਗਾਰੀ ਵਿੱਚ ਨੂੰ ਕਿਵੇਂ ਘਟਾਇਆ ਜਾ ਸਕਦਾ, ਜਾਂ ਰੁਜ਼ਗਾਰ ਦੇ ਵਿੱਚ ਕਿਵੇਂ ਵਾਧਾ ਕੀਤਾ ਜਾ ਸਕਦਾ। ਜਿਹੜੀ ਮੌਦਰਿਕ ਨੀਤੀ ਹੈ, ਮੌਦਰਿਕ ਨੀਤੀ ਕੁਛ ਨਹੀਂ ਹੁੰਦੀ। ਜਿਹੜਾ ਕੇਂਦਰੀ ਬੈਂਕ ਹੈ, ਕਿਸੇ ਵੀ ਦੇਸ਼ ਦਾ ਕੇਂਦਰੀ ਬੈਂਕ ਮੁਦਰਾ ਦੀ ਪੂਰਤੀ ਨੂੰ ਕੰਟਰੋਲ ਕਰਦਾ ਹੈ, ਮੁਦਰਾ ਦੀ ਪੂਰਤੀ 'ਤੇ ਕਾਬੂ ਪਾਉਂਦਾ ਹੈ। ਉਸ ਮੁਦਰਾ ਦੀ ਪੂਰਤੀ ਵਿੱਚ ਕਾਬੂ ਪਾ ਕੇ ਇਹ ਅਸੀਂ ਕੀਮਤਾਂ ਦੇ ਵਿੱਚ ਕੰਟਰੋਲ ਕਰਦੇ ਹਾਂ। ਅਸੀਂ ਮੀਨਸ ਸੈਂਟਰਲ ਬੈਂਕ, ਜਿਸ ਤਰ੍ਹਾਂ ਸਾਡੇ ਦੇਸ਼ ਦਾ ਜਿਹੜਾ ਸੈਂਟਰਲ ਬੈਂਕ ਹੈ ਉਹ RBI, ਰਿਜ਼ਰਵ ਬੈਂਕ ਆਫ ਇੰਡੀਆ, ਜਿਸ ਦਾ ਹੈੱਡ ਆਫਿਸ ਜਿਹੜਾ ਹੈ ਬੰਬੇ ਦੇ ਵਿੱਚ ਹੈ। ਤਾਂ ਫਿਰ ਅਸੀਂ ਇਸ ਤਰ੍ਹਾਂ ਅਸੀਂ ਕਰਦੇ ਹਾਂ ਕਿ ਵਪਾਰ ਦਾ ਜਿਹੜਾ ਪੈਟਰਨ ਹੈ ਦੇਸ਼ ਦੇ ਵਿੱਚ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿੱਚ
ਕਿਸ ਤਰ੍ਹਾਂ ਹੁੰਦਾ, ਮਤਲਬ ਕਿ ਵਪਾਰ ਇੰਟਰਨਲ ਅਤੇ ਐਕਸਟਰਨਲ, ਦੇਸ਼ ਦੇ ਅੰਦਰ ਅਤੇ ਦੇਸ਼ ਦੇ ਬਾਹਰ ਕਿਹੜੀਆਂ ਵਸਤੂਆਂ ਅਸੀਂ ਵਪਾਰ ਦੇ ਵਿੱਚ ਲੈ ਕੇ ਆਉਂਦੇ ਹਾਂ, ਕਿਹੜੀਆਂ ਵਸਤੂਆਂ ਦੇ ਵਿੱਚ ਸੇਵਾਵਾਂ ਵੀ ਹੋ ਗਈਆਂ, ਕਿਹੜੀਆਂ ਚੀਜ਼ਾਂ ਦਾ ਅਸੀਂ ਇੰਪੋਰਟ ਕਰਦੇ ਹਾਂ, ਕਿਹੜੀਆਂ ਚੀਜ਼ਾਂ ਦਾ ਐਕਸਪੋਰਟ ਕਰਦੇ ਹਾਂ, ਕਿਹੜੀਆਂ ਵਸਤੂਆਂ ਦੀ ਸਾਨੂੰ ਲੋੜ ਹੈ। ਜੇ ਅਸੀਂ ਜ਼ਰੂਰੀ ਅਤੇ ਗੈਰ ਜ਼ਰੂਰੀ ਵਸਤੂਆਂ ਕਈ ਜਿਹੜੀਆਂ ਨੇ ਦੂਜੇ ਦੇਸ਼ਾਂ ਨੂੰ ਇੰਪੋਰਟ ਵੀ ਕਰਦੇ ਹਾਂ, ਅਤੇ ਕਈ ਵਸਤੂਆਂ ਅਤੇ ਸੇਵਾਵਾਂ ਜਿਹੜੀਆਂ ਦੂਜੇ ਦੇਸ਼ਾਂ ਨੂੰ ਅਸੀਂ ਐਕਸਪੋਰਟ ਵੀ ਕਰਦੇ ਹਾਂ। ਐਕਸਪੋਰਟ ਉਹ ਹੁੰਦੀਆਂ ਨੇ ਜਿਹੜੀਆਂ ਅਸੀਂ ਦੂਜੇ ਦੇਸ਼ਾਂ ਨੂੰ ਭੇਜਦੇ ਹਾਂ, ਇੰਪੋਰਟ ਉਹ ਕਰਦੇ ਹਾਂ ਜਿਹਨੂੰ ਅਸੀਂ ਆਯਾਤ ਕਰਦੇ ਹਾਂ, ਦੂਜੇ ਦੇਸ਼ਾਂ ਤੋਂ ਮੰਗਵਾਉਂਦੇ ਹਾਂ। ਤਾਂ ਕਿਸੇ ਵੀ ਦੇਸ਼ ਦੇ ਲਈ ਦੀ ਕੋਸ਼ਿਸ਼ ਹੁੰਦੀ ਹੈ ਕਿ ਨਿਰਯਾਤ ਜ਼ਿਆਦਾ ਹੋਵੇ, ਐਕਸਪੋਰਟ ਜ਼ਿਆਦਾ ਹੋਵੇ, ਅਤੇ ਇੰਪੋਰਟ ਜਿਹੜਾ ਹੈ ਜਿੰਨਾ ਘਟਾ ਸਕਦੇ ਹਾਂ ਉਹਨੂੰ ਘਟਾ ਲਈਏ। ਇਹ ਸਾਰਾ ਕੁਝ ਅਸੀਂ ਅਰਥਸ਼ਾਸਤਰ ਦੇ ਵਿੱਚ ਹੀ ਅਧਿਐਨ ਕਰਦੇ ਹਾਂ ਸੈਮੂਅਲਸਨ ਦੇ ਮੁਤਾਬਕ। ਫਿਰ ਅਸੀਂ ਅਰਥਸ਼ਾਸਤਰ ਦੇ ਵਿੱਚ ਹੀ ਅਸੀਂ ਡਿਸਕਸ ਕਰਦੇ ਹਾਂ ਕਿ ਕਿਵੇਂ ਜਿਹੜੇ ਵਿਕਾਸ ਕਰ ਰਹੇ ਦੇਸ਼ ਨੇ, ਡਿਵੈਲਪਿੰਗ ਕੰਟਰੀ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦਾ ਵਿਕਾਸ ਕੀਤਾ ਜਾਵੇ, ਅਤੇ ਕਿਵੇਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ, ਗਰੀਬ ਦੇਸ਼ਾਂ ਦੇ ਵਿੱਚ ਜਾਂ ਵਿਕਾਸ ਕਰ ਰਹੇ ਦੇਸ਼ਾਂ ਦੇ ਵਿੱਚ ਸਾਧਨਾਂ ਦਾ ਪ੍ਰਯੋਗ ਜਿਹੜਾ ਹੈ ਵੱਧ ਤੋਂ ਵੱਧ ਕਰ ਸਕੀਏ, ਐਫੀਸ਼ੀਐਂਟ ਯੂਜ਼ ਆਫ ਰਿਸੋਰਸਿਸ ਨੂੰ ਅਸੀਂ ਕਰ ਸਕੀਏ। ਅਤੇ ਫਿਰ ਅਸੀਂ ਡਿਸਕਸ ਕਰਦੇ ਹਾਂ ਕਿ ਗੌਰਮੈਂਟ ਦੀਆਂ ਨੀਤੀਆਂ ਕਿਵੇਂ ਅਪਣਾਈਆਂ ਜਾਣ ਤਾਂ ਕਿ ਜਿਹੜੇ ਗੌਰਮੈਂਟ ਦੇ ਜਿਹੜੇ ਟੀਚੇ ਨੇ, ਜਿਹੜੇ ਗੋਲਸ ਨੇ, ਜਿਹੜੇ ਆਬਜੈਕਟਿਵਸ ਨੇ, ਜਿਵੇਂ ਕਿ ਵਿਕਾਸ ਦੀ ਦਰ ਵਿੱਚ ਕਿਵੇਂ ਤੇਜ਼ੀ ਲਿਆਂਦੀ ਜਾਵੇ, ਵਾਧਾ ਕੀਤਾ ਜਾਵੇ, ਕਿਵੇਂ ਅਸੀਂ ਸਾਧਨਾਂ ਦਾ ਇਸ ਤਰ੍ਹਾਂ ਪ੍ਰਯੋਗ ਕਰ ਸਕੀਏ, ਐਫੀਸ਼ੀਐਂਟ ਯੂਜ਼, ਕੁਸ਼ਲਤਾ ਢੰਗ ਦੇ ਨਾਲ ਅਸੀਂ ਸਾਧਨਾਂ ਦਾ ਪ੍ਰਯੋਗ ਕਰ ਸਕੀਏ, ਪੂਰਨ ਰੁਜ਼ਗਾਰ ਕਿਵੇਂ ਅਸੀਂ ਅਚੀਵ ਕਰ ਸਕੀਏ, ਪ੍ਰਾਪਤ ਕਰ ਸਕੀਏ, ਅਤੇ ਕੀਮਤਾਂ ਵਿੱਚ ਕਿਵੇਂ ਸਥਿਰਤਾ ਲਿਆਂਦੀ ਜਾਵੇ, ਅਤੇ ਆਮਦਨ ਦੀ ਵੰਡ ਜਿਹੜੀ ਹੈ ਉਹ ਠੀਕ ਢੰਗ ਦੇ ਨਾਲ ਹੋ ਸਕੇ। ਇਹਨਾਂ ਸਾਰੀਆਂ ਜਿਹੜੀਆਂ ਡੈਫੀਨੇਸ਼ਨਸ ਨੇ, ਜਾਂ ਸਾਰੇ ਜਿਹੜੇ ਇਹਨਾਂ ਅਰਥਸ਼ਾਸਤਰ ਦੀ ਡੈਫੀਨੇਸ਼ਨ ਦੇ ਜਾਂ ਪਰਿਭਾਸ਼ਾ ਦੇ ਜਿਹੜੇ ਪਹਿਲੂ ਨੇ, ਇਹਨਾਂ ਵਿੱਚ ਇੱਕ ਚੀਜ਼ ਜਿਹੜੀ ਕਾਮਨ ਹੈ, ਸਾਂਝੀ ਹੈ, ਉਹ ਹੈ ਸਕਾਰਸਿਟੀ ਜਿਹੜੀ ਦੁਰਲਭਤਾ ਜਿਹਨੂੰ ਕਹਿੰਦੇ ਹਾਂ ਅਸੀਂ, ਦੁਰਲਭਤਾ ਵਿੱਚ ਕਮੀ। ਉਹ ਇੱਕ ਜੀਵਨ ਦੀ ਸੱਚਾਈ ਹੈ, ਦੁਰਲਭਤਾ ਇੱਕ ਜੀਵਨ ਦੀ ਸੱਚਾਈ ਹੈ। ਇਸ ਦੁਰਲਭਤਾ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਅਸੀਂ ਕਿਵੇਂ ਜਿਹੜੇ ਸਾਡੇ ਕੋਲ ਦੁਰਲਭ ਸਾਧਨ ਹੈ, ਜਿਹੜੇ ਸਾਧਨ ਸਾਡੇ ਕੋਲ ਘੱਟ ਨੇ, ਚਾਹੇ ਕੱਚਾ ਮਾਲ ਹੋਵੇ, ਚਾਹੇ ਵਿੱਤੀ ਸਾਧਨ ਹੋਣ, ਚਾਹੇ ਸਾਡੇ ਕੋਲ ਮੈਨ ਪਾਵਰ ਹੋਵੇ, ਚਾਹੇ ਸਾਡੇ ਕੋਲ ਪਾਣੀ ਹੋਵੇ, ਚਾਹੇ ਬਿਜਲੀ ਹੋਵੇ, ਚਾਹੇ ਕੱਚਾ ਕੋਈ ਵੀ ਚੀਜ਼ ਹੋਵੇ, ਇਨਪੁਟਸ ਜਿਹਨੂੰ ਅਸੀਂ ਕਹਿੰਦੇ ਹਾਂ, ਆਦਾਨ ਜਿਹਨੂੰ ਪੰਜਾਬੀ 'ਚ ਕਹਿੰਦੇ ਹਾਂ, ਅਸੀਂ ਕਿਵੇਂ ਇਹਨਾਂ ਦੁਰਲਭ ਸਾਧਨਾਂ ਨੂੰ ਜਾਂ ਘੱਟ ਸਾਧਨਾਂ ਨੂੰ, ਲੋੜ ਨਾਲੋਂ ਘੱਟ ਸਾਧਨਾਂ ਨੂੰ ਵੱਧ ਤੋਂ ਵੱਧ ਪ੍ਰਯੋਗ ਕਰਕੇ ਵੱਧ ਤੋਂ ਵੱਧ ਸਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਸਕੀਏ। ਤਾਂ ਮੋਟੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਕਨੋਮਿਕਸ ਇਜ਼ ਅ ਸਾਇੰਸ ਦੈਟ ਡੀਲਸ ਵਿਦ ਸਕੈਰਸਿਟੀ। ਅਰਥਸ਼ਾਸਤਰ ਇੱਕ ਉਹ ਵਿਗਿਆਨ ਹੈ ਜਿਹੜੀ ਕਿ ਦੁਰਲਭਤਾ ਦੇ ਨਾਲ ਸੰਬੰਧਿਤ ਹੈ। ਤਾਂ ਅਸੀਂ ਅਰਥਸ਼ਾਸਤਰ ਦੇ ਵਿੱਚ ਜਿਹੜੀਆਂ ਆਰਥਿਕ ਇਕਾਈਆਂ ਨੇ, ਵੱਖ-ਵੱਖ ਆਰਥਿਕ ਇਕਾਈਆਂ, ਜਿਵੇਂ ਹਾਊਸ ਹੋਲਡਸ ਨੇ ਜਿਹਨੂੰ ਅਸੀਂ ਘਰੇਲੂ ਇਕਾਈਆਂ ਕਹਿੰਦੇ ਹਾਂ, ਫਰਮਸ ਨੇ ਜਿਹਨੂੰ ਅਸੀਂ ਫਰਮਾਂ ਕਹਿ ਸਕਦੇ ਹਾਂ ਪੰਜਾਬੀ 'ਚ, ਸਰਕਾਰ ਹੈ, ਗੌਰਮੈਂਟ ਹੈ, ਅਤੇ ਅਰਥ ਵਿਵਸਥਾ ਨੂੰ ਸੰਪੂਰਨ ਤੌਰ ਤੇ ਅਸੀਂ ਕੀ ਕਰਦੇ ਹਾਂ, ਇਹਨਾਂ ਦੇ ਵਿਵਹਾਰ ਨੂੰ ਅਧਿਐਨ ਕਰਦੇ ਹਾਂ। ਸਪੈਸ਼ਲੀ ਉਹਨਾਂ ਸਮੱਸਿਆਵਾਂ ਨੂੰ, ਉਹਨਾਂ ਕਿਰਿਆਵਾਂ ਨੂੰ ਅਧਿਐਨ ਕਰਦੇ ਹਾਂ ਅਰਥਸ਼ਾਸਤਰ ਦੇ ਵਿੱਚ ਜਿਨ੍ਹਾਂ ਦਾ ਸੰਬੰਧ ਦੁਰਲਭਤਾ ਦੇ ਨਾਲ ਹੈ। ਤਾਂ ਅਸੀਂ ਐਵੇਂ ਕਹਿ ਸਕਦੇ ਹਾਂ ਕਿ ਆਰਥਿਕ ਕਿਰਿਆਵਾਂ ਦਾ ਜਿਹੜੀ ਜੜ ਹੈ, ਆਰਥਿਕ ਕਿਰਿਆਵਾਂ ਦੀ ਜਾਂ ਆਰਥਿਕ ਸਮੱਸਿਆਵਾਂ ਦੀ ਜਿਹੜੀ ਜੜ ਹੈ ਉਹ ਹੈ ਦੁਰਲਭਤਾ। ਤਾਂ ਦੁਰਲਭਤਾ ਇੱਕ ਰੈਲੇਟਿਵ ਟਰਮ ਹੈ, ਇੱਕ ਤੁਲਨਾਤਮਕ ਧਾਰਨਾ ਹੈ। ਕਿਵੇਂ ਤੁਲਨਾਤਮਕ ਧਾਰਨਾ ਹੈ? ਕਿਉਂਕਿ ਇਸ ਨੂੰ ਅਸੀਂ ਦੋ ਪਹਿਲੂਆਂ ਦੇ ਵਿੱਚ ਅਸੀਂ ਵੰਡ ਸਕਦੇ ਹਾਂ। ਇੱਕ ਤਾਂ ਹੈ ਅਨਲਿਮਿਟਿਡ ਵਾਂਟਸ, ਕਿ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਕਿਵੇਂ ਅਸੀਮਿਤ ਨੇ। ਇੱਕ ਜ਼ਰੂਰਤ ਸਾਡੀ ਪੂਰੀ ਹੁੰਦੀ ਹੈ ਤਾਂ ਦੂਜੀ ਜ਼ਰੂਰਤ ਜਿਹੜੀ ਹੈ ਜਨਮ ਲੈ ਲੈਂਦੀ ਹੈ। ਸਾਨੂੰ ਐਵੇਂ ਕਹਿ ਸਕਦੇ ਹਾਂ ਕਿ ਸਾਡੀਆਂ ਜਿਹੜੀਆਂ ਵਾਂਟਸ ਨੇ ਉਹ ਅਨਲਿਮਿਟਿਡ ਨੇ, ਅਸੀਮਿਤ ਨੇ। ਅਤੇ ਇਹ ਅਸੀਮਿਤ ਕਿਵੇਂ ਨੇ ਕਿ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਲਗਾਤਾਰ ਸਾਡੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਵੱਧਦੀਆਂ ਜਾਂਦੀਆਂ ਨੇ। ਇੱਕ ਜ਼ਰੂਰਤ, ਜਿਸ ਤਰ੍ਹਾਂ ਜੇ BA ਪਾਰਟ 1 ਦਾ ਇੱਕ ਸਟੂਡੈਂਟ ਹੈ, ਉਹਦੀ ਇੱਕ ਜ਼ਰੂਰਤ ਹੈ ਕਿ ਅਸੀਂ BA ਪਾਰਟ 1 ਨੂੰ ਕਲੀਅਰ ਕਰੀਏ, ਅਸੀਂ ਪਾਸ ਕਰੀਏ। ਜਦੋਂ BA ਪਾਰਟ 1 ਕਲੀਅਰ ਹੋ ਜਾਂਦੀ ਹੈ, ਪਾਸ ਕਰ ਲੈਂਦਾ ਇੱਕ ਵਿਦਿਆਰਥੀ, ਤਾਂ ਉਸਦੀ
ਜ਼ਰੂਰਤ ਹੋ ਜਾਂਦੀ ਹੈ ਕਿ ਮੈਂ BA ਪਾਰਟ 2 ਫਿਰ BA ਪਾਰਟ 3 ਅਤੇ ਫਿਰ ਹੋਰ ਕਈ ਅਲੱਗ-ਅਲੱਗ ਸਟੂਡੈਂਟ ਦੇ ਅਲੱਗ-ਅਲੱਗ ਗੋਲ ਹੋ ਸਕਦੇ ਨੇ, ਆਬਜੈਕਟਿਵਸ ਹੋ ਸਕਦੇ ਨੇ। ਜਦੋਂ ਉਹਨਾਂ ਆਬਜੈਕਟਿਵਸ ਨੂੰ ਪੂਰਾ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹਦਾ ਟੀਚਾ ਹੁੰਦਾ ਹੈ ਕਿ ਮੈਂ ਨੌਕਰੀ ਪ੍ਰਾਪਤ ਕਰਨੀ ਹੈ। ਫਿਰ ਨੌਕਰੀ ਇੱਕ ਮਿਲ ਜਾਂਦੀ ਹੈ, ਫਿਰ ਉਹਦੀ ਹੁੰਦੀ ਹੈ ਕਿ ਨੌਕਰੀ ਦੇ ਵਿੱਚ ਮੈਂ ਗਰੋਥ ਕਿਵੇਂ ਕਰਾਂ। ਅੱਗੇ ਤੋਂ ਅੱਗੇ ਇੱਕ ਡਿਮਾਂਡ ਤੋਂ ਦੂਜੀ ਡਿਮਾਂਡ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ, ਇਹ ਜਿਹੜੀਆਂ ਜ਼ਰੂਰਤਾਂ ਨੇ ਲਗਾਤਾਰ ਕੀ ਨੇ ਵੱਧਦੀਆਂ ਜਾਂਦੀਆਂ। ਜੇ ਕੋਈ ਕਹੇ ਕਿ ਮੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਗਈਆਂ, ਉਹ ਪੂਰੀ ਜ਼ਿੰਦਗੀ ਦੇ ਵਿੱਚ ਇਹ ਜ਼ਰੂਰਤ ਜਿਹੜੀ ਹੈ ਪੂਰੀ ਨਹੀਂ ਹੁੰਦੀ। ਤਾਂ ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਜਿਹੜੇ ਸਾਡੇ ਕੋਲ ਸਾਧਨ ਨੇ, ਉਹ ਸਾਧਨ ਜਿਹੜੇ ਨੇ ਸੀਮਿਤ ਹੁੰਦੇ ਆ, ਲਿਮਿਟਡ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਮੀਨਸ ਆਫ ਸਕਾਰਸ ਮੀਨਸ ਰਿਸੋਰਸਿਸ ਕਹਿ ਸਕਦੇ ਹਾਂ ਜਾਂ ਮੀਨਸ ਕਹਿ ਸਕਦੇ ਹਾਂ। ਤਾਂ ਕਿਉਂਕਿ ਸਾਡੀਆਂ ਜ਼ਰੂਰਤਾਂ ਜ਼ਿਆਦਾ ਨੇ, ਸਾਡੀਆਂ ਲੋੜਾਂ ਜ਼ਿਆਦਾ ਨੇ, ਤਾਂ ਲੋੜਾਂ ਨੂੰ ਪੂਰਾ ਕਰਨ ਦੇ ਤੁਲਨਾ ਵਿੱਚ ਸਾਡੇ ਕੋਲ ਜਿਹੜੇ ਸਾਧਨ ਨੇ ਇਹ ਘੱਟ ਹੁੰਦੇ ਨੇ। ਅਤੇ ਇਹ ਸਾਧਨਾਂ ਤੇ ਆਲਟਰਨੇਟਿਵ ਯੂਜ਼ਸ ਹੁੰਦੇ ਨੇ, ਵੈਕਲਪਿਕ ਪ੍ਰਯੋਗ ਹੁੰਦੇ ਨੇ, ਇੱਕ ਤੋਂ ਜ਼ਿਆਦਾ ਪ੍ਰਯੋਗ ਹੁੰਦਾ ਹੈ। ਜਿਸ ਤਰ੍ਹਾਂ ਜ਼ਮੀਨ ਹੈ, ਇੱਕ ਭੂਮੀ ਹੈ, ਭੂਮੀ ਸਾਡੇ ਕੋਲ ਸੀਮਿਤ ਹੈ, ਲੇਕਿਨ ਪੈਦਾ ਕਰਨ ਦੀ ਜਿਹੜੀ ਉਤਪਾਦਨ ਦੀ ਜਿਹੜੀ ਲੋੜ ਹੈ, ਜਿਹੜੀ ਆਊਟਪੁੱਟ ਦੀ ਜਿਹੜੀ ਲੋੜ ਹੈ, ਉਹ ਕੀ ਹੈ, ਜ਼ਿਆਦਾ ਹੈ। ਇਸ ਭੂਮੀ ਦੇ ਅਸੀਂ ਵੈਕਲਪਿਕ ਪ੍ਰਯੋਗ ਕਰ ਸਕਦੇ ਹਾਂ। ਇਸ ਤੇ ਸਬਜ਼ੀਆਂ, ਫਰੂਟ, ਅਸੀਂ ਅਨਾਜ ਵੀ ਕਈ ਤਰ੍ਹਾਂ ਦਾ ਅਨਾਜ ਦੀ ਫਿਰ ਡਿਫਰੈਂਟ ਕੁਆਲਿਟੀਜ਼ ਨੇ, ਉਹ ਅਸੀਂ ਇੱਕ ਟਾਈਮ ਦੇ ਉੱਤੇ, ਇੱਕ ਜ਼ਮੀਨ ਦੇ ਉੱਤੇ ਇੱਕੋ ਹੀ ਫਸਲ ਅਸੀਂ ਉਗਾ ਸਕਦੇ ਹਾਂ। ਤਾਂ ਇੱਕ ਜ਼ਮੀਨ ਦੇ ਟੁਕੜੇ ਤੇ ਇੱਕੋ ਹੀ ਫਸਲ ਉਗਾਉਂਦੇ ਹਾਂ ਤਾਂ ਨੈਚੁਰਲੀ ਦੂਸਰੀ ਫਸਲ ਦਾ ਸਾਨੂੰ ਤਿਆਗ ਕਰਨਾ ਪੈਣਾ, ਚਾਹੇ ਉਹ ਸਾਨੂੰ ਸਬਜ਼ੀਆਂ ਦਾ ਤਿਆਗ ਕਰਨਾ ਪਵੇ, ਸਾਨੂੰ ਫਰੂਟਸ ਦਾ ਤਿਆਗ ਕਰਨਾ ਪਵੇ, ਜੇ ਸਾਨੂੰ ਅਨਾਜ ਦਾ ਤਿਆਗ ਕਰਨਾ ਪਵੇ ਜਾਂ ਕਿਸੇ ਹੋਰ ਚੀਜ਼ ਦਾ ਤਿਆਗ ਕਰਨਾ ਪਵੇ। ਤਾਂ ਇਹਨਾਂ ਸਾਧਨਾਂ ਦੇ ਵੈਕਲਪਿਕ ਪ੍ਰਯੋਗ ਹੁੰਦੇ ਨੇ। ਤਾਂ ਸਮੱਸਿਆ ਇਹ ਜਨਮ ਲੈ ਲੈਂਦੀ ਹੈ ਕਿ ਕਿਹੜੇ ਪ੍ਰਯੋਗ ਦੇ ਵਿੱਚ ਅਸੀਂ ਇਸ ਜਿਹੜੀ ਸੀਮਿਤ ਸਾਧਨ ਨੇ ਇਸ ਦਾ ਪ੍ਰਯੋਗ ਕਰਨਾ ਹੈ, ਅਤੇ ਫਿਰ ਇਸ ਸੀਮਿਤ ਸਾਧਨ ਦਾ ਪ੍ਰਯੋਗ ਤਾਂ ਕਰਨਾ ਹੈ, ਅਤੇ ਪ੍ਰਯੋਗ ਵੀ ਅਸੀਂ ਕੁਸ਼ਲ ਢੰਗ ਦੇ ਨਾਲ ਕਰਨਾ ਹੈ, ਐਫੀਸ਼ੀਐਂਟ ਯੂਜ਼ ਕਰਨਾ ਹੈ, ਤਾਂ ਕਿ ਵੱਧ ਤੋਂ ਵੱਧ ਜ਼ਰੂਰਤਾਂ ਅਸੀਂ ਘੱਟ ਤੋਂ ਘੱਟ ਸਾਧਨਾਂ ਦੀ ਵਰਤੋਂ ਕਰਕੇ ਪੂਰੀਆਂ ਕਰ ਸਕੀਏ। ਹਰੇਕ ਅਰਥ ਵਿਵਸਥਾ ਦੀ ਇਹ ਕੋਸ਼ਿਸ਼ ਹੁੰਦੀ ਹੈ, ਅਤੇ ਅਰਥ ਸ਼ਾਸਤਰ ਦੇ ਵਿੱਚ ਵੀ ਅਸੀਂ ਇਸੇ ਥਿਊਰੀ ਨੂੰ ਅਸੀਂ ਸਟੱਡੀ ਕਰਦੇ ਹਾਂ, ਇਸ ਤਰ੍ਹਾਂ ਦੇ ਨਿਯਮ ਅਸੀਂ ਬਣਾਉਂਦੇ ਹਾਂ, ਇਸ ਤਰ੍ਹਾਂ ਦੀ ਡਿਵੈਲਪਮੈਂਟ ਅਸੀਂ ਕਰਦੇ ਹਾਂ, ਇਸ ਤਰ੍ਹਾਂ ਦੀ ਰਿਸਰਚ ਅਸੀਂ ਕਰਦੇ ਹਾਂ ਕਿ ਅਸੀਂ ਕਿਵੇਂ ਸੀਮਿਤ ਸਾਧਨਾਂ ਦੇ ਨਾਲ ਵੱਧ ਤੋਂ ਵੱਧ ਜ਼ਰੂਰਤਾਂ ਜਿਹੜੀਆਂ ਨੇ, ਵੱਧ ਤੋਂ ਵੱਧ ਜਿਹੜੀਆਂ ਲੋੜਾਂ ਨੇ, ਉਹਨਾਂ ਨੂੰ ਪੂਰਾ ਕਰ ਸਕੀਏ, ਤਾਂ ਕਿ ਦੇਸ਼ ਦਾ, ਲੋਕਾਂ ਦਾ, ਅਰਥ ਵਿਵਸਥਾ ਦਾ ਵੱਧ ਤੋਂ ਵੱਧ ਕਲਿਆਣ ਹੋ ਸਕੇ, ਅਤੇ ਅਰਥ ਵਿਵਸਥਾ ਨੂੰ ਤੇਜ਼ੀ ਦੇ ਨਾਲ ਅਸੀਂ ਵਿਕਸਿਤ ਕਰ ਸਕੀਏ, ਅਤੇ ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦੇ ਸਕੀਏ, ਕੀਮਤਾਂ ਜਿਹੜੀਆਂ ਨੇ ਅਸੀਂ ਘਟਾ ਸਕੀਏ, ਅਤੇ ਉਸ ਕੀਮਤ ਤੇ ਅਸੀਂ ਵਸਤੂ ਨੂੰ ਵੇਚ ਸਕੀਏ ਜਿਸ ਤੇ ਲੋਕੀ ਅਫੋਰਡ ਕਰ ਸਕਣ, ਜਿਸ ਕੀਮਤ ਤੇ ਲੋਕੀ ਵਸਤੂਆਂ ਨੂੰ ਖਰੀਦ ਕਰ ਸਕਣ। ਤਾਂ ਬੇਸਿਕ ਪ੍ਰੋਬਲਮ ਜਿਹੜੀ ਹੈ, ਸਾਡੀ ਜਿਹੜੀ ਮੁੱਖ ਪ੍ਰੋਬਲਮ ਹੈ ਅਰਥ ਵਿਵਸਥਾ ਦੀ ਜਾਂ ਹਰੇਕ ਅਰਥ ਵਿਵਸਥਾ ਦੀ ਹੈ, ਉਹ ਹੈ ਕਿਵੇਂ ਅਸੀਂ ਜਿਹੜੇ ਦੁਰਲਭ ਸਾਧਨਾਂ ਨੂੰ ਵੱਧ ਤੋਂ ਵੱਧ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਯੂਜ਼ ਕਰ ਸਕੀਏ। ਠੀਕ ਹੈ ਜੀ। ਅੱਗੇ ਹੁਣ ਅਸੀਂ ਡਿਸਕਸ ਕਰਾਂਗੇ ਮੀਨਿੰਗ ਆਫ ਪ੍ਰੋਡਕਸ਼ਨ ਕੀ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਸਪੋਜ਼ ਅਨਾਜ ਦਾ ਉਤਪਾਦਨ ਕਰਨਾ ਹੈ, ਕੋਈ ਵੀ ਅਨਾਜ ਲੈ ਲਓ, ਸਪੋਜ਼ ਅਸੀਂ ਕਣਕ ਦਾ ਉਤਪਾਦਨ ਕਰਨਾ, ਵੀਟ ਦਾ ਉਤਪਾਦਨ ਕਰਨਾ, ਗੇਹੂੰ ਦਾ ਉਤਪਾਦਨ ਕਰਨਾ, ਤਾਂ ਗੇਹੂੰ ਦਾ ਉਤਪਾਦਨ ਕਰਨ ਦੇ ਲਈ ਜਾਂ ਕਣਕ ਦਾ ਉਤਪਾਦਨ ਕਰਨ ਦੇ ਲਈ ਸਾਨੂੰ ਅਸੀਂ ਬੀਜ ਯੂਜ਼ ਕਰਦੇ ਹਾਂ, ਪਾਣੀ ਯੂਜ਼ ਕਰਦੇ ਹਾਂ, ਟੈਕਨੋਲੋਜੀ ਅਸੀਂ ਯੂਜ਼ ਕਰਦੇ ਹਾਂ, ਖਾਦ ਅਸੀਂ ਯੂਜ਼ ਕਰਦੇ ਹਾਂ, ਫਸਲ ਖਰਾਬ ਨਾ ਹੋਵੇ ਤਾਂ ਦਵਾਈਆਂ ਦਾ ਅਸੀਂ ਛਿੜਕਾਅ ਕਰਦੇ ਹਾਂ, ਤਾਂ ਹੋਰ ਬਹੁਤ ਸਾਰੇ ਜਿਹੜੇ ਇਨਪੁਟਸ ਨੇ, ਬਹੁਤ ਸਾਰੇ ਆਦਾਨ, ਪੰਜਾਬੀ 'ਚ ਇਨਪੁਟਸ ਨੂੰ ਅਸੀਂ ਆਦਾਨ ਕਹਿੰਦੇ ਹਾਂ, ਆਦਾਨਾਂ ਦਾ ਅਸੀਂ ਪ੍ਰਯੋਗ ਕਰਦੇ ਹਾਂ। ਆਦਾਨ ਦਾ ਪ੍ਰਯੋਗ ਕਰਕੇ ਅਸੀਂ ਗੇਹੂੰ ਦਾ ਉਤਪਾਦਨ ਕਰਦੇ ਹਾਂ। ਤਾਂ ਕਿਵੇਂ ਅਸੀਂ ਇਨਪੁਟਸ ਨੂੰ ਜਾਂ ਆਦਾਨਾਂ ਨੂੰ ਟਰਾਂਸਫਾਰਮ ਕਰਦੇ ਹਾਂ, ਉਹਦੀ ਬਦਲੀ ਕਰਦੇ ਹਾਂ, ਬਦਲੀ ਕਰਕੇ ਅਸੀਂ ਕੀ ਕਰਦੇ ਹਾਂ, ਉਤਪਾਦਨ ਕਰਦੇ ਹਾਂ। ਤਾਂ ਨੈਚੁਰਲੀ ਕੁਦਰਤੀ ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਇਨਪੁਟ ਦੇ ਨਾਲੋਂ, ਆਦਾਨਾਂ ਦੇ ਨਾਲੋਂ ਆਊਟਪੁੱਟ ਜਿਹੜੀ ਗੇਹੂੰ ਅਸੀਂ ਪੈਦਾ ਕੀਤੀ, ਉਸ ਦਾ ਤੁਸ਼ਟੀਗੁਣ, ਉਸ ਦੀ ਯੂਟਿਲਿਟੀ, ਉਸ ਦਾ ਜਿਹੜਾ ਯੂਜ਼ ਹੈ, ਉਸ ਦਾ ਜਿਹੜਾ ਪ੍ਰਯੋਗ ਹੈ, ਉਸ ਦਾ ਜਿਹੜਾ ਬੈਨੀਫਿਟ ਹੈ ਲੋਕਾਂ ਦੇ ਲਈ, ਅਰਥ ਵਿਵਸਥਾ ਦੇ ਲਈ ਕੀ ਹੈ, ਜ਼ਿਆਦਾ।
ਅਸੀਂ ਇਕੱਲੀ ਖਾਦ, ਇਕੱਲੀ ਬੀਜ, ਪਾਣੀ ਇੱਕ ਅਲੱਗ-ਅਲੱਗ ਅਸੀਂ ਨਹੀਂ ਯੂਜ਼ ਕਰ ਸਕਦੇ। ਅਸੀਂ ਗੇਹੂੰ ਨੂੰ ਯੂਜ਼ ਕਰ ਸਕਦੇ ਹਾਂ। ਗੇਹੂੰ ਦੇ ਪੌਸ਼ਟਿਕ ਤੱਤ ਜਿਹੜੇ ਨੇ ਉਹ ਜ਼ਿਆਦਾ ਨੇ। ਤਾਂ ਕਿਉਂਕਿ ਅਸੀਂ ਇਨਪੁਟਸ ਨੂੰ ਆਉਟਪੁੱਟ ਦੇ ਵਿੱਚ ਟ੍ਰਾਂਸਫਾਰਮ ਕਰ ਲਿਆ ਅਤੇ ਆਉਟਪੁੱਟ ਮੈਨੇ ਪ੍ਰੋਡਕਸ਼ਨ, ਉਤਪਾਦਨ, ਆਉਟਪੁੱਟ ਦੀ ਜਿਹੜੀ ਯੂਟਿਲਿਟੀ ਹੈ ਉਹ ਜ਼ਿਆਦਾ ਹੈ। ਤਾਂ ਇਹਦਾ ਮਤਲਬ ਪ੍ਰੋਡਕਸ਼ਨ ਕੀ ਹੋਗੀ? ਪ੍ਰੋਡਕਸ਼ਨ ਇਜ਼ ਨਥਿੰਗ ਬਟ ਦਾ ਟ੍ਰਾਂਸਫਾਰਮੇਸ਼ਨ ਆਫ ਦਾ ਇਨਪੁਟ ਇਨਟੂ ਆਉਟਪੁੱਟ। ਤਾਂ ਇਨਪੁਟ ਨੂੰ ਜਦੋਂ ਅਸੀਂ ਆਉਟਪੁੱਟ ਦੇ ਵਿੱਚ ਚੇਂਜ ਕਰ ਲੈਂਦੇ ਹਾਂ, ਟ੍ਰਾਂਸਫਾਰਮ ਕਰ ਲੈਂਦੇ ਹਾਂ, ਜਾਂ ਅਸੀਂ ਕਹਿ ਸਕਦੇ ਹਾਂ ਜਦੋਂ ਪ੍ਰੋਡਕਸ਼ਨ ਨੂੰ ਅਸੀਂ ਕਹਿ ਸਕਦੇ ਹਾਂ ਕਿ ਕ੍ਰੀਏਸ਼ਨ ਆਫ ਯੂਟਿਲਿਟੀ, ਇਟ ਇਜ਼ ਨਥਿੰਗ ਬਟ ਦਾ ਕ੍ਰੀਏਸ਼ਨ ਆਫ ਯੂਟਿਲਿਟੀ, ਕਿ ਤੁਸ਼ਟੀ ਗੁਣ ਦੇ ਨਿਰਮਾਣ ਨੂੰ, ਮਤਲਬ ਉਪਯੋਗਤਾ ਦੇ ਨਿਰਮਾਣ ਨੂੰ ਪਹਿਲਾਂ ਨਾਲੋਂ ਜ਼ਿਆਦਾ ਉਸਦਾ ਬੈਨੀਫਿਟ ਹੋ ਗਿਆ, ਪਹਿਲਾਂ ਨਾਲੋਂ ਜ਼ਿਆਦਾ ਉਪਯੁਕਤ ਹੋ ਗਿਆ, ਪਹਿਲਾਂ ਨਾਲੋਂ ਜ਼ਿਆਦਾ ਅਸੀਂ ਪ੍ਰਯੋਗ ਕਰ ਸਕਦੇ ਹਾਂ, ਪਹਿਲਾਂ ਨਾਲੋਂ ਜ਼ਿਆਦਾ ਅਸੀਂ ਸਾਡੇ ਲਈ ਫਾਇਦੇਮੰਦ ਹੈ, ਮਤਲਬ ਇਨਪੁਟ ਦੇ ਨਾਲੋਂ ਆਉਟਪੁੱਟ। ਤਾਂ ਇਸ ਨੂੰ ਅਸੀਂ ਕਹਿੰਦੇ ਹਾਂ ਪ੍ਰੋਡਕਸ਼ਨ। ਤਾਂ ਪ੍ਰੋਡਕਸ਼ਨ ਤੋਂ ਬਾਅਦ ਅਸੀਂ ਜਿਹੜਾ ਨਿਚਲਾ ਹੈ ਅਰਥ ਵਿਵਸਥਾ ਦੀ ਕੇਂਦਰੀ ਸਮੱਸਿਆਵਾਂ, ਕਿ ਅਰਥ ਵਿਵਸਥਾ ਦੀ ਜਿਹੜੀ ਮੁੱਖ ਸਮੱਸਿਆਵਾਂ ਉਹ ਕਿਹੜੀਆਂ-ਕਿਹੜੀਆਂ। ਅਰਥ ਵਿਵਸਥਾ ਦੀ ਮੁੱਖ ਸਮੱਸਿਆ ਜਿਹੜੀ ਹੈ, ਪਹਿਲੀ ਹੈ ਵਾਟ ਟੂ ਪ੍ਰੋਡਿਊਸ, ਕਿ ਕੀ ਪੈਦਾ ਕਰਨਾ। ਇਸ ਦੇ ਨਾਲ ਅਸੀਂ ਫੈਸਲਾ ਕਰਨਾ ਹੁੰਦਾ ਹੈ, ਡਿਸੀਜਨ ਲੈਣਾ ਹੁੰਦਾ ਹੈ ਅਰਥ ਵਿਵਸਥਾ ਦੇ ਲੈਵਲ ਤੇ, ਕਿ ਕਿਹੜੀਆਂ ਵਸਤੂਆਂ ਅਤੇ ਸੇਵਾਵਾਂ ਦੀ ਪੈਦਾਵਾਰ ਕੀਤੀ ਜਾਵੇ, ਉਤਪਾਦਨ ਕੀਤਾ ਜਾਵੇ, ਤਾਂ ਕਿ ਵੱਧ ਤੋਂ ਵੱਧ ਲੋਕਾਂ ਦੀ ਜਿਹੜੀਆਂ ਜ਼ਰੂਰਤਾਂ ਨੇ, ਵੱਧ ਤੋਂ ਵੱਧ ਲੋਕਾਂ ਦੀ ਜਿਹੜੀਆਂ ਵਾਂਟਸ ਨੇ, ਉਹਨਾਂ ਨੂੰ ਪੂਰਾ ਕੀਤਾ ਜਾ ਸਕੇ। ਤਾਂ ਇੱਕ ਜਿਹੜੀ ਵਸਤੂ ਹੈ ਉਹ ਦੂਜੀ ਵਸਤੂ ਦੇ ਨਾਲ ਸੰਬੰਧਿਤ ਵੀ ਹੋ ਸਕਦੀ ਹੈ, ਨਹੀਂ ਸੰਬੰਧਿਤ ਵੀ ਹੋ ਸਕਦੀ। ਅਸੀਂ ਉਹਨਾਂ ਵਸਤੂਆਂ ਦੀ ਪੈਦਾਵਾਰ ਕਰਾਂਗੇ ਅਰਥ ਵਿਵਸਥਾ ਦੇ ਵਿੱਚ ਜਿਨ੍ਹਾਂ ਵਸਤੂਆਂ ਦੀ ਲੋੜ ਇੱਕ ਅਰਥ ਵਿਵਸਥਾ ਵਿੱਚ ਜ਼ਿਆਦਾ। ਅਸੀਂ ਜਿਹੜੀਆਂ ਲੋਕਾਂ ਨੂੰ ਜੋ ਵਸਤੂਆਂ ਦੀ ਜ਼ਰੂਰਤ ਨਹੀਂ ਹੈ ਉਹਨਾਂ ਦੀ ਉਤਪਾਦਨ ਘੱਟ ਕਰਾਂਗੇ, ਜਿਨ੍ਹਾਂ ਦੀ ਜ਼ਰੂਰਤ ਜ਼ਿਆਦਾ ਹੈ ਉਹਨਾਂ ਦਾ ਉਤਪਾਦਨ ਕੀ ਹੈ, ਜ਼ਿਆਦਾ ਕਰਾਂਗੇ। ਲੇਕਿਨ ਇਹਨਾਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਸਾਡੇ ਕੋਲ ਸਾਧਨ ਘੱਟ ਹੁੰਦੇ ਨੇ। ਇਸ ਕਰਕੇ ਸੀਮਿਤ ਸਾਧਨਾਂ ਦਾ ਅਸੀਂ ਪ੍ਰਯੋਗ ਉਹਨਾਂ ਵਸਤੂਆਂ ਦਾ ਉਤਪਾਦਨ ਲਈ ਕਰਨ ਦੀ ਕੋਸ਼ਿਸ਼ ਕਰਾਂਗੇ ਜਿਨ੍ਹਾਂ ਦੀ ਲੋੜ ਹੈ। ਵਾਟ ਟੂ ਪ੍ਰੋਡਿਊਸ, ਲੇਕਿਨ ਜ਼ਰੂਰਤਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ। ਸਾਨੂੰ ਇੰਡਸਟਰੀਅਲ ਗੁੱਡਸ, ਉਦਯੋਗਿਕ ਵਸਤੂਆਂ ਦੀ ਵੀ ਲੋੜ ਹੈ, ਖੇਤੀਬਾੜੀ ਵਸਤੂਆਂ ਦੀ ਵੀ ਲੋੜ ਹੈ, ਸਾਨੂੰ ਸੜਕਾਂ ਦੀ, ਬਿਜਲੀ ਦੀ, ਪਾਣੀ ਦੀ, ਸਾਨੂੰ ਸਿੰਚਾਈ ਦੇ ਲਈ ਪਾਣੀ ਦੀ, ਤਾਂ ਬਹੁਤ ਸਾਰੀਆਂ ਚੀਜ਼ਾਂ ਦੀ, ਸਕੂਲਾਂ ਦੀ, ਕਾਲਜਾਂ ਦੀ, ਹਸਪੀਟਲਸ ਦੀ, ਬੈਂਕਾਂ ਦੀ, ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈ। ਲੇਕਿਨ ਕਿਉਂਕਿ ਸਾਧਨ ਸੀਮਿਤ ਨੇ, ਇਸ ਕਰਕੇ ਅਸੀਂ ਸਾਰੀਆਂ ਵਸਤੂਆਂ ਦਾ ਉਤਪਾਦਨ ਨਹੀਂ ਕਰ ਸਕਦੇ ਤਾਂ ਕਿ ਲੋਕਾਂ ਦੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ। ਤਾਂ ਸਾਨੂੰ ਇਹ ਡਿਸੀਜਨ ਲੈਣਾ ਪੈਂਦਾ ਹੈ ਅਰਥ ਵਿਵਸਥਾ ਦੇ ਲੈਵਲ ਤੇ, ਸਰਕਾਰ ਨੂੰ ਇਹ ਫੈਸਲਾ ਲੈਣਾ ਪੈਂਦਾ ਹੈ ਕਿ ਕੀ ਪੈਦਾ ਕੀਤਾ ਜਾਵੇ। ਵਾਟ ਟੂ ਪ੍ਰੋਡਿਊਸ, ਕੀ ਪੈਦਾ ਕੀਤਾ ਜਾਵੇ। ਫਿਰ ਦੂਸਰੀ ਸਮੱਸਿਆ ਹੈ ਕਿ ਅਸੀਂ ਜੇ ਮੰਨ ਲਓ ਕੋਈ ਫੈਸਲਾ ਕਰ ਵੀ ਲਿਆ, ਜਿਸ ਤਰ੍ਹਾਂ ਮੰਨ ਲਓ ਅਸੀਂ ਪੈਦਾ ਕਰ ਲਿਆ ਕਿ ਅਸੀਂ ਡਿਸੀਜਨ ਲੈ ਲਿਆ, ਇਹ ਫੈਸਲਾ ਲੈ ਲਿਆ ਕਿ ਅਸੀਂ ਖੇਤੀਬਾੜੀ ਦੀ ਵਸਤੂਆਂ ਦਾ ਉਤਪਾਦਨ ਜ਼ਿਆਦਾ ਕਰਾਂਗੇ ਅਤੇ ਉਦਯੋਗਿਕ ਵਸਤੂਆਂ ਦਾ ਉਤਪਾਦਨ ਕੀ ਹੈ, ਘੱਟ ਕਰਾਂਗੇ। ਇਹ ਵੀ ਡਿਸਾਈਡ ਕਰ ਲਿਆ ਕਿ ਖੇਤੀਬਾੜੀ ਦੀ ਕਿਹੜੀਆਂ ਵਸਤੂਆਂ ਜ਼ਿਆਦਾ ਪੈਦਾ ਕਰਾਂਗੇ, ਖੇਤੀਬਾੜੀ ਦੀ ਕਿਹੜੀ ਵਸਤੂਆਂ ਘੱਟ ਪੈਦਾ ਕਰਾਂਗੇ, ਅਤੇ ਇਸੇ ਤਰ੍ਹਾਂ ਉਦਯੋਗਿਕ ਵਸਤੂਆਂ ਦੀ ਕਿਹੜੀ ਵਸਤੂਆਂ ਘੱਟ, ਕਿਹੜੀ ਵਸਤੂਆਂ ਜ਼ਿਆਦਾ ਪੈਦਾ ਕਰਾਂਗੇ। ਫਿਰ ਸਮੱਸਿਆ ਹੈ, ਦੂਸਰੀ ਸਮੱਸਿਆ ਹੈ ਹਾਊ ਟੂ ਪ੍ਰੋਡਿਊਸ, ਕਿਵੇਂ ਪੈਦਾ ਕਰਨਾ। ਬੇਸਿਕਲੀ ਵੈਸੇ ਤਾਂ ਉਤਪਾਦਨ ਦੇ 4 ਸਾਧਨ ਹੁੰਦੇ ਨੇ, ਆਪਾਂ ਉਹਨਾਂ ਨੂੰ ਡਿਟੇਲ 'ਚ ਡਿਸਕਸ ਨਹੀਂ ਕਰਾਂਗੇ, ਲੇਕਿਨ ਮੁੱਖ ਤੌਰ ਤੇ ਆਪਾਂ ਇੱਥੇ ਡਿਸਕਸ ਕਰਦੇ ਹਾਂ ਲੇਬਰ ਐਂਡ ਕੈਪੀਟਲ, ਮਜ਼ਦੂਰ ਅਤੇ ਪੂੰਜੀ। ਕਈ ਦੇਸ਼ਾਂ ਵਿੱਚ ਮਜ਼ਦੂਰ ਜ਼ਿਆਦਾ ਹੁੰਦੇ ਨੇ, ਤਾਂ ਉਹ ਮਜ਼ਦੂਰਾਂ ਦਾ ਜ਼ਿਆਦਾ ਇਸਤੇਮਾਲ ਕਰਕੇ ਅਤੇ ਕੈਪੀਟਲ ਦਾ ਅਤੇ ਟੈਕਨੋਲੋਜੀ ਦਾ ਘੱਟ ਯੂਜ਼ ਕਰਕੇ, ਕੈਪੀਟਲ ਨੂੰ ਪੂੰਜੀ ਕਹਿੰਦੇ ਆ ਪੰਜਾਬੀ 'ਚ, ਟੈਕਨੋਲੋਜੀ ਨੂੰ ਤਕਨੀਕ ਕਹਿੰਦੇ ਆ, ਤਾਂ ਟੈਕਨੋਲੋਜੀ ਦੀ ਘੱਟ ਵਰਤੋਂ ਕਰਕੇ ਉਤਪਾਦਨ ਕਰਦੇ ਨੇ। ਤਾਂ ਜਿਸ ਦੇ ਨਾਲ ਉਤਪਾਦਨ ਵੱਧਦਾ ਤਾਂ ਹੈ, ਪਰੰਤੂ ਕਈ ਵਾਰੀ ਉਤਪਾਦਨ ਦੀ ਜਿਹੜੀ ਕੁਆਲਿਟੀ ਹੈ ਇੰਨੀ ਵਧੀਆ ਨਹੀਂ ਹੁੰਦੀ ਅਤੇ ਉਤਪਾਦਨ ਦੀ ਜਿਹੜੀ ਗਰੋਥ ਹੈ, ਵਿਕਾਸ ਹੈ, ਉਹ ਕੰਪੈਰੇਟਿਵਲੀ ਘੱਟ ਤੇਜ਼ੀ ਨਾਲ ਵੱਧਦਾ ਹੈ। ਜਿਨ੍ਹਾਂ ਦੇਸ਼ਾਂ ਦੇ ਵਿੱਚ, ਵਿਕਸਿਤ ਦੇਸ਼ਾਂ ਦੇ ਵਿੱਚ ਆਮ ਤੌਰ ਤੇ ਕੈਪੀਟਲ ਜ਼ਿਆਦਾ ਹੁੰਦੀ ਹੈ ਅਤੇ ਹਾਈ ਲੈਵਲ ਆਫ ਟੈਕਨੋਲੋਜੀ ਹੁੰਦੀ ਹੈ ਅਤੇ ਲੇਬਰ ਜਿਹੜੀ ਹੈ ਉੱਥੇ ਮਹਿੰਗੀ ਹੁੰਦੀ ਹੈ। ਇਸ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਪੂੰਜੀ ਦੀ ਅਤੇ ਟੈਕਨੋਲੋਜੀ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਲੇਬਰ ਦੀ ਵਰਤੋਂ ਕੀ ਹੈ, ਘੱਟ ਕੀਤੀ ਜਾਂਦੀ ਹੈ। ਤਾਂ ਜਿਨ੍ਹਾਂ ਦੇਸ਼ਾਂ ਦੇ ਵਿੱਚ
ਲੇਬਰ ਜ਼ਿਆਦਾ ਹੋਣ, ਉਹਨਾਂ ਦੇ ਦੇਸ਼ਾਂ ਵਿੱਚ ਲੇਬਰ ਨਾਲ ਸੰਬੰਧਿਤ ਟੈਕਨੋਲੋਜੀ ਦਾ ਪ੍ਰਯੋਗ ਕੀਤਾ ਜਾਂਦਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਪੂੰਜੀ ਜ਼ਿਆਦਾ ਹੋਵੇ, ਉਹਨਾਂ ਵਿੱਚ ਪੂੰਜੀ ਜ਼ਿਆਦਾ ਪ੍ਰਯੋਗ ਕਰਕੇ ਅਸੀਂ ਉਤਪਾਦਨ ਕਰਦੇ ਹਾਂ। ਜਿਨ੍ਹਾਂ ਦੇਸ਼ਾਂ ਵਿੱਚ ਲੇਬਰ ਜ਼ਿਆਦਾ ਵਰਤੋਂ ਕਰਕੇ ਯੂਜ਼ ਕਰਦੇ ਆ, ਉਹਨੂੰ ਕਹਿੰਦੇ ਲੇਬਰ ਇੰਟੈਂਸਿਵ ਟੈਕਨੋਲੋਜੀ। ਜਿਨ੍ਹਾਂ ਵਿੱਚ ਕੈਪੀਟਲ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ, ਉਹਨੂੰ ਕਹਿੰਦੇ ਕੈਪੀਟਲ ਇੰਟੈਂਸਿਵ ਟੈਕਨੋਲੋਜੀ, ਮਤਲਬ ਕਿ ਪੂੰਜੀ ਗਹਿਨ ਟੈਕਨੋਲੋਜੀ। ਇੰਟੈਂਸਿਵ ਹੈ ਗਹਿਨ। ਅਤੇ ਜਿਨ੍ਹਾਂ ਵਿੱਚ ਲੇਬਰ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ, ਉਹਨੂੰ ਕਹਿੰਦੇ ਲੇਬਰ ਇੰਟੈਂਸਿਵ ਟੈਕਨੋਲੋਜੀ। ਲੇਬਰ ਮਜ਼ਦੂਰ ਗਹਿਨ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ। ਪਰੰਤੂ ਇਹ ਡਿਸੀਜਨ ਜਿਹੜਾ ਹੈ, ਇਹ ਜਿਹੜਾ ਫੈਸਲਾ ਲੈਣਾ ਇੰਨਾ ਸੌਖਾ ਨਹੀਂ ਹੁੰਦਾ ਜਿੰਨਾ ਕਿ ਲੱਗਦਾ, ਕਿਉਂਕਿ ਕੋਈ ਵੀ ਦੇਸ਼ ਜੇ ਜ਼ਿਆਦਾ ਟੈਕਨੋਲੋਜੀ ਦੀ ਵਰਤੋਂ ਕਰਦਾ ਹੈ, ਜ਼ਿਆਦਾ ਕੈਪੀਟਲ ਦੀ ਵਰਤੋਂ ਕਰਦਾ ਹੈ, ਤਾਂ ਅਨਇੰਪਲੋਇਮੈਂਟ ਜ਼ਿਆਦਾ ਹੋ ਜਾਂਦੀ, ਬੇਰੁਜ਼ਗਾਰੀ ਜ਼ਿਆਦਾ ਹੁੰਦੀ। ਜੇ ਉਹ ਲੇਬਰ ਦੀ ਵਰਤੋਂ ਜ਼ਿਆਦਾ ਕਰਦਾ ਹੈ, ਤਾਂ ਪ੍ਰੋਡਕਸ਼ਨ ਜਿਹੜੀ ਹੈ ਇੰਨੀ ਤੇਜ਼ੀ ਨਾਲ ਨਹੀਂ ਹੁੰਦਾ, ਉਹ ਦੇਸ਼ ਦੇ ਵਿੱਚ ਵਿਕਾਸ ਦੀ ਦਰ ਜਿਹੜੀ ਹੈ ਉਹ ਘਟ ਜਾਂਦੀ ਹੈ। ਤਾਂ ਸਾਨੂੰ ਇਹਨਾਂ ਦੋਨਾਂ ਟੈਕਨੋਲੋਜੀ ਦਾ ਮਿਸ਼ਰਣ ਕਰਨਾ ਪੈਂਦਾ ਹੈ। ਲੇਬਰ ਅਤੇ ਕੈਪੀਟਲ ਇੰਟੈਂਸਿਵ ਟੈਕਨੋਲੋਜੀ ਦਾ ਮਿਸ਼ਰਣ, ਮਤਲਬ ਲੇਬਰ ਅਤੇ ਕੈਪੀਟਲ, ਇਹ ਹਰੇਕ ਅਰਥ ਵਿਵਸਥਾ ਦੇ ਢਾਂਚੇ ਦੇ ਮੁਤਾਬਿਕ ਚੱਲਦਾ ਹੈ ਕਿ ਉਸ ਨੂੰ ਕਿਸ ਚੀਜ਼ ਦੀ ਲੋੜ ਹੈ। ਫਿਰ ਤੀਸਰਾ ਜਿਹੜੀ ਸਮੱਸਿਆ ਹੈ ਉਹ ਹੈ ਫॉर whom ਟੂ ਪ੍ਰੋਡਿਊਸ, ਕਿ ਕਿਹਨਾਂ ਦੇ ਲਈ ਪ੍ਰੋਡਿਊਸ ਕਰਨਾ ਹੈ, ਕਿਹਨਾਂ ਦੇ ਲਈ ਪ੍ਰੋਡਕਸ਼ਨ ਜ਼ਿਆਦਾ ਕਰਨੀ ਹੈ। ਇਸ ਦੇ ਵਿੱਚ ਅਸੀਂ ਇਹ ਡਿਸਾਈਡ ਕਰਨਾ ਹੁੰਦਾ ਹੈ ਕਿ ਪ੍ਰੋਡਕਸ਼ਨ ਜਿਹੜੀ ਕੀਤੀ ਹੈ ਉਸ ਦੇ ਵਿੱਚ ਇੰਡੀਵਿਜੂਅਲ ਦਾ ਵਿਅਕਤੀਗਤ ਸ਼ੇਅਰ ਕਿੰਨਾ ਹੋਏਗਾ, ਵਿਅਕਤੀਗਤ ਹਿੱਸਾ ਕਿੰਨਾ ਹੋਏਗਾ, ਘਰੇਲੂ ਹਾਊਸਹੋਲਡ ਦਾ ਸ਼ੇਅਰ ਜਿਹੜਾ ਹੈ ਉਹ ਕਿੰਨਾ ਹੋਏਗਾ। ਵੈਸੇ 4 ਫੈਕਟਰਸ ਆਫ ਪ੍ਰੋਡਕਸ਼ਨ ਹੈ: ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੀਨਿਓਰ। ਤਾਂ ਚਾਰਾਂ ਦੇ ਵਿੱਚ ਜੇ ਅਸੀਂ ਕਹੀਏ ਕਿ ਅਸੀਂ ਕੈਪੀਟਲਿਸਟ ਲਈ ਪ੍ਰੋਡਿਊਸ ਕਰਾਂਗੇ, ਅਸੀਂ ਐਂਟਰਪ੍ਰੀਨਿਓਰ ਲਈ ਪ੍ਰੋਡਿਊਸ ਕਰਾਂਗੇ, ਅਸੀਂ ਹਾਊਸਹੋਲਡਸ ਲਈ ਪ੍ਰੋਡਿਊਸ ਕਰਾਂਗੇ, ਜਾਂ ਅਸੀਂ ਗਵਰਨਮੈਂਟ ਦੇ ਲਈ ਪ੍ਰੋਡਿਊਸ ਕਰਾਂਗੇ, ਜਾਂ ਅਸੀਂ ਐਕਸਪੋਰਟ ਦੇ ਲਈ ਪ੍ਰੋਡਿਊਸ ਕਰਾਂਗੇ, ਐਸਾ ਨਹੀਂ ਹੁੰਦਾ। ਤਾਂ ਸਾਨੂੰ ਇਹ ਡਿਸਾਈਡ ਕਰਨਾ ਪੈਂਦਾ ਹੈ ਕਿ ਕਿਸ ਵਰਗ ਦੇ ਲਈ ਅਸੀਂ ਜ਼ਿਆਦਾ ਪ੍ਰੋਡਿਊਸ ਕਰਨਾ ਹੈ, ਕਿਸ ਵਰਗ ਦੇ ਲਈ ਅਸੀਂ ਘੱਟ ਪ੍ਰੋਡਿਊਸ ਕਰਨਾ ਹੈ। ਜਿਸ ਤਰ੍ਹਾਂ ਅਸੀਂ ਗਰੀਬ ਪਰਿਵਾਰਾਂ ਦੇ ਲਈ, ਮਾਸਿਸ ਦੇ ਲਈ ਅਸੀਂ ਜ਼ਿਆਦਾ ਪ੍ਰੋਡਿਊਸ ਕਰਨਾ ਹੈ, ਅਤੇ ਅਮੀਰਾਂ ਦੁਆਰਾ ਬਣਾਈ ਗਈ ਯੂਜ਼ ਕੀਤੀ ਗਈਆਂ ਵਸਤੂਆਂ ਜਿਹੜੀਆਂ ਕਿ ਬਹੁਤ ਬੜੀਆਂ ਕਾਰਾਂ ਅਸੀਂ ਕਹਿ ਸਕਦੇ, ਵੱਡੀਆਂ ਕਾਰਾਂ ਕਹਿ ਸਕਦੇ ਹਾਂ, ਜਾਂ ਅਸੀਂ ਏਅਰ ਕੰਡੀਸ਼ਨਸ ਦੀ ਅਸੀਂ ਗੱਲ ਕਰ ਸਕਦੇ ਹਾਂ, ਜਾਂ ਅਸੀਂ ਹੋਰ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕ ਗੁਡਸ ਦੀ ਅਸੀਂ ਗੱਲ ਕਰ ਸਕਦੇ ਹਾਂ। ਉਹਨਾਂ ਦੀ ਵਰਤੋਂ, ਉਹਨਾਂ ਦਾ ਵੀ ਉਤਪਾਦਨ ਅਸੀਂ ਕਰਨਾ ਹੁੰਦਾ ਹੈ, ਲੇਕਿਨ ਕਿਉਂਕਿ ਉਹਨਾਂ ਨੂੰ ਮਾਸਿਸ ਯੂਜ਼ ਨਹੀਂ ਕਰਦੇ, ਉਹਨਾਂ ਨੂੰ ਆਮ ਵਿਅਕਤੀ ਯੂਜ਼ ਨਹੀਂ ਕਰਦਾ, ਤਾਂ ਅਸੀਂ ਉਹਨਾਂ ਦੀ ਉਤਪਾਦਨ ਜਿਹੜਾ ਹੈ ਘੱਟ ਕਰਾਂਗੇ। ਤਾਂ ਅਸੀਂ ਇਹੋ ਜਿਹੀ ਵਸਤੂ ਦਾ ਉਤਪਾਦਨ ਕਰ ਲਈਏ ਜਿਨ੍ਹਾਂ ਵਸਤੂਆਂ ਦੀ ਅਰਥ ਵਿਵਸਥਾ ਨੂੰ ਲੋੜ ਨਾ ਹੋਵੇ, ਤਾਂ ਉਹਦੇ ਨਾਲ ਸਾਧਨਾਂ ਦੀ ਜਿਹੜੀ ਵੇਸਟੇਜ ਹੈ, ਸਾਧਨਾਂ ਦੀ ਵਿਅਰਥਤਾ ਜਿਹੜੀ ਹੈ, ਸਾਧਨਾਂ ਦਾ ਜਿਹੜਾ ਮਿਸਯੂਜ਼ ਜਿਹੜਾ ਹੈ ਉਹ ਕੰਪੈਰੇਟਿਵਲੀ ਕੀ ਹੈ ਜ਼ਿਆਦਾ। ਫਿਰ ਅਸੀਂ ਜਿਹੜੀਆਂ ਉਤਪਾਦਿਤ ਵਸਤੂਆਂ ਨੇ ਉਹਨਾਂ ਦੀ ਮਾਰਕੀਟ, ਉਹਨਾਂ ਦੀ ਪ੍ਰਾਈਸਿਸ ਵੀ ਅਸੀਂ ਡਿਟਰਮਿਨ ਕਰਨੀ ਹੁੰਦੀ ਹੈ, ਪ੍ਰਾਈਸਿਸ ਵੀ ਨਿਸ਼ਚਿਤ ਕਰਨੀ ਹੁੰਦੀ ਹੈ। ਇਹਨਾਂ ਪ੍ਰਾਈਸਿਸ ਦਾ ਜਿਹੜਾ ਨਿਰਧਾਰਨ ਹੈ, ਕੀਮਤਾਂ ਦਾ ਨਿਰਧਾਰਨ ਵੀ ਡਿਮਾਂਡ ਅਤੇ ਸਪਲਾਈ, ਮੰਗ ਅਤੇ ਪੂਰਤੀ, ਜਿਹਨੂੰ ਅਸੀਂ ਮਾਰਕੀਟ ਫੋਰਸਿਸ ਕਹਿੰਦੇ ਹਾਂ। ਬਾਜ਼ਾਰੀ ਸ਼ਕਤੀਆਂ ਕੀ ਹੁੰਦੀਆਂ ਨੇ? 2 ਬਾਜ਼ਾਰੀ ਸ਼ਕਤੀਆਂ ਹੁੰਦੀਆਂ ਨੇ, ਇੱਕ ਡਿਮਾਂਡ ਅਤੇ ਇੱਕ ਕੀ ਹੈ ਸਪਲਾਈ। ਤਾਂ ਮੰਗ ਅਤੇ ਪੂਰਤੀ ਦੁਆਰਾ ਇਹਨਾਂ ਦੀ ਜਿਹੜੀ ਕੀਮਤ ਹੈ ਉਹ ਕੀ ਹੈ ਨਿਸ਼ਚਿਤ ਹੁੰਦੀ ਹੈ। ਹੁਣ ਅਸੀਂ ਡਿਸਕਸ ਕਰਾਂਗੇ ਦਾ ਪ੍ਰੋਬਲਮ ਆਫ ਗ੍ਰੋਥ, ਜਿਹੜਾ ਵਿਕਾਸ ਹੈ ਇਹਨਾਂ ਨੂੰ ਕਿਵੇਂ ਕਰਨਾ। ਜਿਹੜੀ ਇਨਕਮ ਜਨਰੇਟ ਹੁੰਦੀ ਹੈ ਜਦੋਂ ਅਸੀਂ ਪ੍ਰੋਡਕਸ਼ਨ ਕਰਦੇ ਹਾਂ, ਤਾਂ ਪ੍ਰੋਡਕਸ਼ਨ ਜਦੋਂ ਅਸੀਂ ਮਾਰਕੀਟ ਦੇ ਪ੍ਰੋਡਕਸ਼ਨ ਨੂੰ ਆਲਟਰਨੇਟਿਵਲੀ ਅਸੀਂ ਇਨਕਮ ਦੇ ਵਿੱਚ ਇਨਕਮ ਵੀ ਕਹਿ ਸਕਦੇ ਹਾਂ, ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਵੇਚਾਂਗੇ ਉਸ ਤੋਂ ਸਾਨੂੰ ਇਨਕਮ ਆ ਜਾਏਗੀ। ਤਾਂ ਸਾਡੇ ਕੋਲ 2 ਸੈਕਟਰ ਇਕੋਨਮੀ, 3 ਸੈਕਟਰ ਇਕੋਨਮੀ ਅਤੇ 4 ਸੈਕਟਰ ਇਕੋਨਮੀ ਅਸੀਂ ਗੱਲ ਕਰਦੇ ਹਾਂ। ਤਾਂ 2 ਸੈਕਟਰ ਇਕੋਨਮੀ ਦੇ ਵਿੱਚ 2 ਸੈਕਟਰ ਹੁੰਦੇ ਹਨ, ਇੱਕ ਹਾਊਸਹੋਲਡ ਸੈਕਟਰ, ਇੱਕ ਬਿਜ਼ਨਸ ਸੈਕਟਰ। ਤਾਂ ਹਾਊਸਹੋਲਡ ਸੈਕਟਰ ਜਿਹੜਾ ਆਪਣੀ ਜਿਹੜੀ ਇਨਕਮ ਹੈ ਉਸ ਨੂੰ ਐਕਸਪੈਂਡੀਚਰ, ਜਿਹਨੂੰ ਅਸੀਂ ਕੰਜ਼ੰਪਸ਼ਨ ਐਕਸਪੈਂਡੀਚਰ, ਉਪਭੋਗ ਖਰਚ ਹੈ, ਉਸ ਤੇ ਖਰਚ ਕਰਦੇ ਨੇ, ਵਸਤੂਆਂ ਨੂੰ ਖਰੀਦਣ ਤੇ ਖਰਚ ਕਰਦੇ ਨੇ। ਅਤੇ ਜਿਹੜੇ ਬਿਜ਼ਨਸਮੈਨ ਨੇ, ਐਂਟਰਪ੍ਰੀਨਿਓਰਸ ਨੇ, ਉਹ ਖਰਚ ਕਰਦੇ ਨੇ ਇਨਵੈਸਟਮੈਂਟ ਤੇ, ਪ੍ਰੋਡਕਸ਼ਨ। ਤਾਂ ਜੇ ਅਸੀਂ ਜਿਹੜੀ ਇਨਕਮ ਹੈ, ਇਨਕਮ ਦਾ ਇੱਕ ਹਿੱਸਾ ਹੈ,
ਇੱਕ ਹਾਊਸਹੋਲਡ ਦੇ ਲੈਵਲ ਤੇ ਅਸੀਂ ਘਰੇਲੂ ਇੱਕ ਜਾਂ ਵਿਅਕਤੀਗਤ ਤੌਰ ਤੇ ਅਸੀਂ ਜੇ ਦੇਖੀਏ, ਜਿਹੜੀ ਇਨਕਮ ਹੈ, ਇਨਕਮ ਦਾ ਇੱਕ ਹਿੱਸਾ ਅਸੀਂ ਕੰਜ਼ੰਪਸ਼ਨ ਕਰ ਲਿਆ, ਉਪਭੋਗ ਤੇ ਖਰਚ ਕਰ ਲਿਆ, ਵਸਤਾਂ ਨੂੰ ਖਰੀਦਣ ਤੇ ਖਰਚ ਕਰ ਲਿਆ, ਅਤੇ ਇੱਕ ਹਿੱਸਾ ਅਸੀਂ ਬਚਾ ਲਿਆ, ਸੇਵਿੰਗਸ ਕਰ ਲਈ। ਅਤੇ ਸੇਵਿੰਗ ਜਿਹੜੀ ਕਰ ਲਈ ਅਸੀਂ, ਉਸ ਨੂੰ ਅਸੀਂ ਕੀ ਕਰਦੇ ਹਾਂ, ਇਨਵੈਸਟਮੈਂਟ ਕਰ ਦਿੰਦੇ, ਨਿਵੇਸ਼ ਕਰ ਦਿੰਦੇ। ਤਾਂ ਜੇ ਨਿਵੇਸ਼ ਕਰਦੇ ਹਾਂ ਤਾਂ ਅਰਥ ਵਿਵਸਥਾ ਦੇ ਵਿੱਚ ਪੂੰਜੀਗਤ ਵਸਤੂਆਂ ਦੇ ਭੰਡਾਰ ਦੇ ਵਿੱਚ ਵਾਧਾ ਹੁੰਦਾ। ਜਦੋਂ ਪੂੰਜੀਗਤ ਵਸਤੂਆਂ ਦੇ ਭੰਡਾਰ ਵਿੱਚ ਵਾਧਾ ਹੁੰਦਾ ਹੈ, ਇਸ ਨੂੰ ਅਸੀਂ ਕੀ ਕਹਿੰਦੇ ਹਾਂ, ਪੂੰਜੀ ਦਾ ਨਿਰਮਾਣ ਕਰਨਾ। ਜਿੰਨਾ ਇੱਕ ਦੇਸ਼ ਦੇ ਵਿੱਚ ਪੂੰਜੀ ਦਾ ਨਿਰਮਾਣ ਜ਼ਿਆਦਾ ਹੋਏਗਾ, ਕੈਪੀਟਲ ਫਾਰਮੇਸ਼ਨ ਜ਼ਿਆਦਾ ਹੋਏਗੀ, ਇਨਵੈਸਟਮੈਂਟ ਜ਼ਿਆਦਾ ਹੋਏਗੀ, ਉਨਾ ਹੀ ਉਸ ਦੇਸ਼ ਦੇ ਵਿੱਚ ਕੀ ਹੋਏਗਾ, ਗਰੋਥ ਹੋਏਗਾ। ਜਿਸ ਤਰ੍ਹਾਂ ਅਸੀਂ ਜੇ ਆਪਣੇ ਦੇਸ਼ ਦੇ ਵਿੱਚ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਵਿਕਾਸ ਜਿਹੜਾ ਹੈ ਉਹ ਇਨਵੈਸਟਮੈਂਟ ਕਰਨ ਲਈ ਹੋਏਗਾ। ਤਾਂ ਤੁਸੀਂ ਪ੍ਰਸ਼ਨ ਕਰ ਸਕਦੇ ਹੋ ਕਿ ਫਿਰ ਇਕੋਨਮੀ ਜਿਹੜੀ ਅਰਥ ਵਿਵਸਥਾ ਸਾਡੀ ਜਿਹੜੀ ਗਵਰਨਮੈਂਟ ਹੈ, ਗਵਰਨਮੈਂਟ ਡਸ ਨਾਟ ਮੀਨ ਐਨੀ ਪੋਲੀਟੀਕਲ ਪਾਰਟੀ। ਗਵਰਨਮੈਂਟ ਲੋਕਾਂ ਦੁਆਰਾ ਚੁਣੀ ਗਈ, ਜੇ ਅਸੀਂ ਆਪਣੇ ਭਾਰਤ ਦੀ ਗੱਲ ਕਰੀਏ, ਲੋਕਾਂ ਦੁਆਰਾ ਚੁਣੀ ਗਈ ਕੋਈ ਵੀ ਪਾਰਟੀ ਜਦੋਂ ਸੱਤਾ ਵਿੱਚ ਆ ਜਾਂਦੀ ਹੈ ਤਾਂ ਉਹਨੂੰ ਅਸੀਂ ਗਵਰਨਮੈਂਟ ਕਹਿ ਦਿੰਦੇ ਹਾਂ ਮੋਟੇ ਤੌਰ ਤੇ। ਤਾਂ ਗਵਰਨਮੈਂਟ ਕੋਈ ਵੀ ਪੋਲੀਟੀਕਲ ਪਾਰਟੀ ਹੋਵੇ, ਉਸਦੀ ਇਹ ਸਮੱਸਿਆ ਹੁੰਦੀ ਹੈ ਕਿ ਕਿਵੇਂ ਵੱਧ ਤੋਂ ਵੱਧ ਅਸੀਂ ਵਿਕਾਸ ਕਰੀਏ। ਤਾਂ ਤੁਸੀਂ ਐਜ਼ ਏ ਲੇਮੈਨ, ਐਜ਼ ਏ ਸਟੂਡੈਂਟ ਤੁਸੀਂ ਕਹਿ ਸਕਦੇ ਹੋ ਕਿ ਗਵਰਨਮੈਂਟ ਨਿਵੇਸ਼ ਕਿਉਂ ਨਹੀਂ ਕਰਦੀ, ਕਿਉਂਕਿ ਸਾਡੀ ਜਿਹੜੀ ਇਨਕਮ ਘੱਟ ਹੈ, ਪ੍ਰੋਡਕਸ਼ਨ ਘੱਟ ਹੈ। ਤਾਂ ਪ੍ਰੋਡਕਸ਼ਨ ਦਾ ਜ਼ਿਆਦਾ ਹਿੱਸਾ ਅਸੀਂ ਕੰਜ਼ੰਪਸ਼ਨ ਕਰ ਲੈਂਦੇ ਹਾਂ, ਕਿਉਂਕਿ ਸਾਡਾ ਮੁਲਕ ਜਿਹੜਾ ਹੈ ਬਹੁਤ ਜ਼ਿਆਦਾ ਅਮੀਰ ਨਹੀਂ ਹੈ, ਡਿਵੈਲਪਿੰਗ ਕੰਟਰੀਜ਼ ਹੈ, ਸਾਡੀਆਂ ਜ਼ਰੂਰਤਾਂ ਜ਼ਿਆਦਾ ਪੂਰੀਆਂ ਨਹੀਂ ਹੋਈਆਂ, ਇਸ ਕਰਕੇ ਇਨਕਮ ਦਾ ਜ਼ਿਆਦਾ ਹਿੱਸਾ ਅਸੀਂ ਖਰਚ ਕਰ ਲੈਂਦੇ ਹਾਂ, ਘੱਟ ਹਿੱਸਾ ਅਸੀਂ ਬਚਾਉਂਦੇ ਹਾਂ ਬੈਂਕਾਂ ਦੇ ਵਿੱਚ ਜਾਂ ਆਪਣੀਆਂ ਪੋਸਟ ਆਫਿਸ ਦੇ ਵਿੱਚ ਜਾਂ ਕਿਸੇ ਹੋਰ ਜ਼ਰੀਏ ਦੇ ਰਾਹੀਂ ਅਸੀਂ ਸੇਵਿੰਗਸ ਕਰਦੇ ਹਾਂ। ਸੇਵਿੰਗ ਕਰਕੇ ਅਸੀਂ ਇਨਵੈਸਟਮੈਂਟ ਕਰਦੇ ਹਾਂ, ਗਵਰਨਮੈਂਟ ਕਰਦੀ ਹੈ ਇਨਵੈਸਟਮੈਂਟ, ਪ੍ਰਾਈਵੇਟ ਐਂਟਰਪ੍ਰੀਨਿਓਰਸ ਪਬਲਿਕ ਸੈਕਟਰ ਦੇ ਥਰੂ ਅਸੀਂ ਇਨਵੈਸਟਮੈਂਟ ਕਰਦੇ ਹਾਂ, ਇਨਵੈਸਟਮੈਂਟ ਕਰਕੇ ਪ੍ਰੋਡਕਸ਼ਨ ਹੁੰਦੀ ਹੈ। ਤਾਂ ਤੁਸੀਂ ਕਹੋਗੇ ਕਿ ਗਵਰਨਮੈਂਟ ਕਿਉਂ ਨਹੀਂ ਅੱਗੇ ਫਰਦਰ ਇਨਵੈਸਟਮੈਂਟ ਕਰਦੀ? ਗਵਰਨਮੈਂਟ ਦੀ ਇੱਕ ਲਿਮਿਟੇਸ਼ਨ ਹੈ, ਇੱਕ ਸੀਮਾ ਹੈ ਕਿ ਕਿਸ ਹੱਦ ਤੱਕ ਉਹ ਇਨਵੈਸਟ ਕਰਦੀ ਹੈ, ਕਿਉਂਕਿ ਉਹਦੇ ਕੋਲ ਸਾਧਨ ਨਹੀਂ ਹੈ, ਉਹਦੇ ਕੋਲ ਪੈਸੇ ਨਹੀਂ ਹੈ, ਉਹਨਾਂ ਕੋਲ ਜੇ ਪੈਸੇ ਇਨਵੈਸਟਮੈਂਟ ਦੇ ਲਈ ਸਾਧਨ ਨਹੀਂ ਹੈਗੇ ਤਾਂ ਫਿਰ ਇੱਕ ਗਰੋਥ ਦੀ ਇੱਕ ਸੀਮਾ ਹੈ, ਇੱਕ ਸੀਮਾ ਤੱਕ ਹੀ ਅਸੀਂ ਵਿਕਾਸ ਕਰ ਸਕਦੇ ਹਾਂ। ਤਾਂ ਗਵਰਨਮੈਂਟ ਜੇ ਸੜਕਾਂ ਬਣਾਉਂਦੀ ਹੈ ਤਾਂ ਸਾਨੂੰ ਅਸੀਂ ਫੀਲ ਕਰਦੇ ਹਾਂ ਐਜ਼ ਏ ਨਾਗਰਿਕ ਕਿ ਗਵਰਨਮੈਂਟ ਕੀ ਕਰਦੀ ਹੈ, ਉਹ ਬਿਜਲੀ ਤਾਂ ਪੈਦਾ ਨਹੀਂ ਕਰਦੀ। ਜੇ ਬਿਜਲੀ ਪੈਦਾ ਕਰਦੀ ਹੈ ਅਸੀਂ ਕਹਿੰਦੇ ਹਾਂ ਬੱਚੇ ਸਾਡੇ ਅਨਪੜ੍ਹ ਨੇ। ਜੇ ਅਸੀਂ ਐਜੂਕੇਸ਼ਨ ਨਹੀਂ ਦਿੰਦੇ ਅਸੀਂ ਕਹਿੰਦੇ ਹਾਂ ਹੈਲਥ ਤੇ ਖਰਚਾ ਨਹੀਂ ਕਰਦੀ। ਜੇ ਹੈਲਥ ਤੇ ਵੀ ਖਰਚਾ ਕਰਦੀ ਹੈ ਅਸੀਂ ਕਹਿੰਦੇ ਹਾਂ ਬੈਂਕਿੰਗ ਫੈਸਿਲਿਟੀ ਜ਼ਿਆਦਾ ਨਹੀਂ ਹੈ। ਜੇ ਬੈਂਕਿੰਗ ਆ ਗਈ ਹੈ ਅਸੀਂ ਕਹਿੰਦੇ ਹਾਂ ਕਿ ਸੜਕਾਂ ਇੰਨੀ ਵਧੀਆ ਨਹੀਂ ਹੈ, ਰੇਲਵੇ ਇੰਨੀ ਅੱਛੀ ਨਹੀਂ ਹੈ, ਤਾਂ ਇਸ ਦੇ ਉੱਤੇ ਜਿਹੜੇ ਵਹੀਕਲਸ ਹਨ ਉਹ ਇੰਨੇ ਅੱਛੇ ਨਹੀਂ ਹੈ। ਤਾਂ ਇੰਨੇ ਸਾਧਨ ਸਾਡੇ ਕੋਲ ਨਹੀਂ ਹੈ, ਸਾਡੇ ਕੋਲ ਮੀਨਸ ਸਾਡੀ ਸਰਕਾਰ ਕੋਲ, ਸਾਡੇ ਗਵਰਨਮੈਂਟ ਦੇ ਕੋਲ, ਸਾਡੇ ਦੇਸ਼ ਦੇ ਕੋਲ ਇੰਨੇ ਸਾਧਨ ਨਹੀਂ ਹੈ ਕਿ ਅਸੀਂ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕੋ ਲਗਤ ਅਸੀਂ ਕਰ ਸਕੀਏ। ਤਾਂ ਇਹ ਪ੍ਰੋਬਲਮ ਆਫ ਗਰੋਥ ਸਾਡੀ। ਫਿਰ ਚੁਆਇਸ ਬਿਟਵੀਨ ਪਬਲਿਕ ਐਂਡ ਪ੍ਰਾਈਵੇਟ ਗੁੱਡਸ। ਚੁਆਇਸ ਬਿਟਵੀਨ ਪਬਲਿਕ ਐਂਡ ਪ੍ਰਾਈਵੇਟ ਗੁੱਡਸ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਾਈਵੇਟ ਗੁੱਡਸ ਕੀ ਹੁੰਦੀਆਂ ਅਤੇ ਪਬਲਿਕ ਗੁੱਡਸ ਕੀ ਹੁੰਦੀਆਂ। ਕੋਈ ਵੀ ਵਸਤੂ ਵਿਚ ਕੈਨ ਬੀ ਪ੍ਰਾਈਸ, ਜਿਸ ਦੀ ਅਸੀਂ ਕੀਮਤ ਨਿਸ਼ਚਿਤ ਕਰਦੇ ਹਾਂ ਅਤੇ ਜਿਸ ਦਾ ਜਿਹੜਾ ਯੂਜ਼ ਹੈ, ਜਿਸ ਦਾ ਜਿਹੜਾ ਪ੍ਰਯੋਗ ਹੈ ਉਹ ਰਿਸਟ੍ਰਿਕਟਡ ਹੈ, ਪ੍ਰਤੀਬੰਧਿਤ ਹੈ ਕੁਝ ਲੋਕਾਂ ਤੱਕ, ਉਸ ਨੂੰ ਅਸੀਂ ਪ੍ਰਾਈਵੇਟ ਗੁੱਡਸ ਕਹਿੰਦੇ ਹਾਂ। ਜਿਸ ਤਰ੍ਹਾਂ ਕਿ ਕੋਈ ਵੀ ਅਸੀਂ ਵਸਤੂ ਲੈ ਸਕਦੇ ਹਾਂ, ਸਪੋਜ਼ ਅਸੀਂ ਐਪਲ ਲੈ ਲਈਏ, ਅਸੀਂ ਕੋਈ ਵਹੀਕਲ ਲੈ ਲਈਏ, ਸਕੂਟਰ ਦੀ ਗੱਲ ਕਰੀਏ, ਅਸੀਂ ਮੋਟਰਸਾਈਕਲ ਦੀ ਗੱਲ ਕਰੀਏ, ਇਹ ਇੱਕ ਪ੍ਰਾਈਵੇਟ ਗੁੱਡ ਹੈ। ਕਿਸ ਤਰ੍ਹਾਂ ਪ੍ਰਾਈਵੇਟ ਗੁੱਡ ਹੈ ਕਿ ਇਹ ਬਾਜ਼ਾਰ ਦੇ ਵਿੱਚ ਉਪਲਬਧ ਹੈ, ਅਵੇਲੇਬਲ ਹੈ, ਲੇਕਿਨ ਇਸ ਦੀ ਕੀਮਤ ਇੰਨੀ ਹੈ ਕਿ ਹਰੇਕ ਵਿਅਕਤੀ ਇਸ ਨੂੰ ਖਰੀਦ ਨਹੀਂ ਸਕਦਾ। ਕਿਉਂ ਨਹੀਂ ਖਰੀਦ ਸਕਦਾ? ਕਿ ਜਿੰਨੀ ਇਸ ਵਸਤੂ ਦੀ ਕੀਮਤ ਹੈ, ਮੰਨ ਲਓ ਐਪਲ ਦੀ ਕੀਮਤ 200 ਰੁਪਏ ਕਿਲੋ ਹੈ, ਤਾਂ 200 ਰੁਪਏ ਕਿਲੋ ਦਾ ਜਿਹੜਾ ਸੇਬ ਹੈ ਉਹ ਹਰੇਕ ਵਿਅਕਤੀ ਨਹੀਂ ਖਰੀਦ ਸਕਦਾ। ਤਾਂ ਉਹ ਉਹਨਾਂ ਬੰਦਿਆਂ ਦੀ ਪਹੁੰਚ ਤੱਕ ਹੀ ਸੀਮਿਤ ਹੈ ਜਿਹੜੇ ਬੰਦੇ 200 ਰੁਪਏ ਕਿਲੋ ਦਾ ਸੇਬ ਖਰੀਦ ਸਕਦੇ। ਇੱਕ ਮੋਟਰਸਾਈਕਲ ਜੇ 80,000 ਰੁਪਏ ਦਾ ਹੈ ਮੰਨ ਲਓ, ਤਾਂ ਜਿਨ੍ਹਾਂ ਲੋਕਾਂ ਕੋਲ 80,000 ਰੁਪਏ ਹੈਗੇ ਤਾਂ ਉਹੀ ਉਸ ਮੋਟਰਸਾਈਕਲ ਨੂੰ ਖਰੀਦ ਸਕਦੇ। ਜਿਨ੍ਹਾਂ ਕੋਲ 80,000 ਰੁਪਏ ਨਹੀਂ ਹੈਗੇ
ਮੋਟਰਸਾਈਕਲ ਉਪਲਬਧ ਹੋਣ ਦੇ ਬਾਵਜੂਦ ਵੀ ਉਹ ਵਿਅਕਤੀ ਉਸ ਨੂੰ ਨਹੀਂ ਖਰੀਦ ਸਕਦੇ। ਤਾਂ ਇਹ ਇੱਕ ਕੀ ਹੋ ਗਿਆ, ਨਿੱਜੀ ਵਸਤੂਆਂ ਹੋ ਗਈਆਂ ਜਿਨ੍ਹਾਂ ਦੀ ਅਸੀਂ ਕੀਮਤ ਨਿਸ਼ਚਿਤ ਕਰਦੇ ਹਾਂ ਅਤੇ ਉਹਨਾਂ ਨੂੰ ਦੀ ਜਿਹੜੀ ਅਫੋਰਡੇਬਿਲਿਟੀ ਹੈ ਉਹੀ ਉਹਨਾਂ ਵਿਅਕਤੀਆਂ ਤੱਕ ਹੀ ਹੈ ਜਿਹੜੇ ਕਿ ਉਸ ਦੀ ਪ੍ਰਾਈਸ ਜਿਹੜੀ ਹੈ ਦੇ ਸਕਦੇ ਨੇ। ਤਾਂ ਪਬਲਿਕ ਗੁੱਡਸ ਕੀ ਹੋ ਗਈਆਂ, ਜਦ when it is not possible to stick the availability of a product to selected individual, ਜਿਸ ਤਰ੍ਹਾਂ ਅਸੀਂ ਕੀ ਕਹਿ ਸਕਦੇ ਹਾਂ, ਇੱਥੇ ਕੋਈ ਕੀਮਤ ਦਾ ਮੁੱਦਾ ਨਹੀਂ ਹੈ। ਜਿਸ ਤਰ੍ਹਾਂ ਅਸੀਂ ਡਿਫੈਂਸ ਗੁੱਡਸ ਕਹਿ ਸਕਦੇ ਹਾਂ, ਡਿਫੈਂਸ ਸਰਵਿਸਿਜ਼ ਦੀ ਗੱਲ ਕਰ ਸਕਦੇ ਹਾਂ, ਇਹ ਇੱਕ ਪਬਲਿਕ ਸਰਵਿਸ ਹੈ। ਇਸ ਸਰਵਿਸ ਨੂੰ ਲੈਣ ਦੇ ਲਈ ਸਾਨੂੰ ਕੋਈ ਪ੍ਰਾਈਸ ਨਹੀਂ ਦੇਣੀ ਪੈਣੀ। ਇਸ ਤਰ੍ਹਾਂ ਹੀ ਪੁਲਿਸ ਦੀ ਸਰਵਿਸਿਜ਼ ਲੈਣ ਦੇ ਲਈ ਸਾਨੂੰ ਕੋਈ ਪ੍ਰਾਈਸ ਨਹੀਂ ਦੇਣੀ ਪੈਣੀ। ਕਿਸੇ ਜਿਹੜਾ ਗਵਰਨਮੈਂਟ ਦਾ ਜਿਹੜਾ ਪਾਰਕ ਹੈ ਉਹਦੇ ਵਿੱਚ ਜਾਣ ਦੇ ਲਈ ਸਾਨੂੰ ਕੋਈ ਪ੍ਰਾਈਸ ਨਹੀਂ ਦੇਣੀ ਪੈਣੀ, ਸਾਨੂੰ ਕੋਈ ਕੀਮਤ ਨਹੀਂ ਦੇਣੀ ਪੈਣੀ। ਕੋਈ ਵੀ ਵਿਅਕਤੀ ਉਸ ਪਾਰਕ ਦੇ ਵਿੱਚ, ਪਬਲਿਕ ਪਾਰਕ ਦੇ ਵਿੱਚ ਜਾ ਸਕਦਾ। ਕਈ ਪ੍ਰਾਈਵੇਟ ਪਾਰਕ ਦੇ ਵਿੱਚ ਹੋ ਸਕਦਾ ਕੋਈ ਫੀਸ ਹੋਵੇ, ਲੇਕਿਨ ਪਬਲਿਕ ਪਾਰਕ ਦੇ ਵਿੱਚ ਜੇ ਕੋਈ ਫੀਸ ਨਹੀਂ ਹੈ, ਕੋਈ ਇਸ ਤਰ੍ਹਾਂ ਦਾ ਕੋਈ ਮਿਊਜ਼ੀਅਮ ਹੈ ਜਿਸ ਦੇ ਵਿੱਚ ਕੋਈ ਐਂਟਰੀ ਫੀਸ ਨਹੀਂ ਹੈ, ਹਰੇਕ ਵਿਅਕਤੀ ਉਸ ਦੇ ਵਿੱਚ ਜਾ ਸਕਦਾ ਹੈ, ਤਾਂ that is known as the public service. Again, next is the production possibility curve. ਇਸ ਤੋਂ ਇਲਾਵਾ ਇੱਕ ਅਸੀਂ ਮੈਰਿਟ ਗੁੱਡਸ ਦੀ ਵੀ ਗੱਲ ਕਰਨੀ ਹੈ। ਮੈਰਿਟ ਗੁੱਡਸ, those goods whose consumption is considered highly desirable for the members of society, ਉਹ ਵਸਤੂਆਂ ਜਿਨ੍ਹਾਂ ਦਾ ਪ੍ਰਯੋਗ ਸੁਸਾਇਟੀ ਦੇ ਲਈ, ਸਮਾਜ ਦੇ ਲਈ ਬਹੁਤ ਹੀ ਜ਼ਰੂਰੀ ਹੈ, ਉਹਨਾਂ ਦਾ ਉਪਭੋਗ ਬਹੁਤ ਹੀ ਜ਼ਰੂਰੀ ਹੈ, ਉਹਨਾਂ ਨੂੰ ਅਸੀਂ ਮੈਰਿਟ ਗੁੱਡਸ ਕਹਿ ਦਿੰਦੇ ਹਾਂ। ਜਿਸ ਤਰ੍ਹਾਂ ਕਿ ਹੈਲਥ ਐਂਡ ਐਜੂਕੇਸ਼ਨ। ਹੈਲਥ ਐਂਡ ਐਜੂਕੇਸ਼ਨ ਇੱਕ ਐਗਜ਼ਾਮਪਲ ਹੈ ਮੈਰਿਟ ਗੁੱਡਸ ਦੀਆਂ। ਇਹਨਾਂ ਦਾ ਉਪਭੋਗ ਜਿਹੜਾ ਹੈ ਸੁਸਾਇਟੀ ਦੇ ਹਰੇਕ ਵਰਗ ਦੇ ਲਈ ਇਹਨਾਂ ਦਾ ਉਪਭੋਗ ਬਹੁਤ ਜ਼ਰੂਰੀ ਹੈ। ਕਿਉਂ ਜ਼ਰੂਰੀ ਹੈ? ਜੇ ਸੁਸਾਇਟੀ ਦੇ ਵਿੱਚ ਪੜ੍ਹੇ ਲਿਖੇ ਲੋਕ ਨਹੀਂ ਹੋਣਗੇ, ਸੁਸਾਇਟੀ ਦੇ ਵਿੱਚ ਹੈਲਥ ਦੀ ਫੈਸਿਲਿਟੀਜ਼ ਨਹੀਂ ਹੋਣਗੀਆਂ, ਸਿਹਤ ਦੀ ਸੁਵਿਧਾਵਾਂ ਨਹੀਂ ਹੋਣਗੀਆਂ, ਤਾਂ ਤੁਸੀਂ ਸੋਚ ਸਕਦੇ ਹੋ ਕਿ ਉਸ ਸਮਾਜ ਦਾ, ਉਸ ਦੇਸ਼ ਦਾ, ਉਸ ਅਰਥ ਵਿਵਸਥਾ ਦਾ ਕੀ ਹਾਲ ਹੈ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ। ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਕੀ ਹੁੰਦੀ ਹੈ ਅਤੇ ਇਹਦੇ ਕਰੈਕਟਰਿਸਟਿਕਸ ਕੀ ਹੁੰਦੇ ਹਨ, ਅਸੀਂ ਡਿਸਕਸ ਕਰਦੇ ਹਾਂ। ਤਾਂ ਇਸ ਦੀ ਇੱਕ ਡਾਇਗਰਾਮ ਹੈ, ਡਾਇਗਰਾਮ ਤੋਂ ਸਾਨੂੰ ਪਤਾ ਲੱਗ ਜਾਏਗਾ। ਦਿਸ ਇਜ਼ ਦਾ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ। ਇਸ ਦੇ ਵਿੱਚ ਇਸ ਟੇਬਲ ਤੋਂ ਸਾਨੂੰ ਪਤਾ ਲੱਗਾ, ਡੈਫੀਨੇਸ਼ਨ ਅਸੀਂ ਬਾਅਦ ਚ ਗੱਲ ਕਰਾਂਗੇ, ਕਿ ਲੈਫਟ ਹੈਂਡ ਸਾਈਡ ਤੇ ਜਿਹੜਾ ਟੇਬਲ ਦਿੱਤਾ ਹੋਇਆ ਹੈ ਇਸ ਤੇ 7 ਕੰਬੀਨੇਸ਼ਨ, 7 ਜੋੜੇ ਦਿੱਤੇ ਹੋਏ। ਅਸੀਂ ਮਹਿਸੂਸ ਕਰਦੇ ਹਾਂ, ਅਸੀਂ ਇਸ ਐਗਜ਼ਾਮਪਲ ਦੇ ਵਿੱਚ LED ਬਲਬਸ ਅਤੇ ਕੰਪਿਊਟਰ ਮੋਨੀਟਰ, ਦੋ ਅਸੀਂ ਗੁੱਡਸ ਲਈਆਂ, ਦੋ ਵਸਤੂਆਂ ਲਈਆਂ ਜਿਹੜੀਆਂ ਪ੍ਰੋਡਕਸ਼ਨ ਕਰ ਰਹੇ ਹਾਂ। ਜੇ ਅਸੀਂ 30 LED ਬਲਬ ਪੈਦਾ ਕਰਦੇ हैं तो कंप्यूटर मॉनिटर कुछ नहीं पैदा करना पैंदा, कुछ नहीं पैदा कर सकते। जिन्ने के साडे कोल साधन है उन्हां साधनां दे नाल असीं 30 LED बल्ब अते कंप्यूटर असीं नहीं पैदा कर सकते। जे असीं LED बल्ब 5 घटा दिंदे हैं तां असीं कंप्यूटर मॉनिटर जिहड़े हैं वो 14 पैदा कर सकते हैं। इसी तरह जे 5 असीं LED बल्ब होर घटा दिंदे हैं तो असीं 6 कंप्यूटर मॉनिटर होर पैदा कर सकते हैं। जे 5 असीं LED बल्ब 20 तो 15 कर दिंदे हैं तो असीं कंप्यूटर मॉनिटर 24 प्रोड्यूस कर सकते हैं। जे 5 होर घटा दिंदे हैं LED बल्ब्स 15 तो 10 कर दिंदे हैं तो कंप्यूटर मॉनिटर असीं 27 पैदा कर सकते हैं। जे असीं 5 LED बल्ब पैदा करते हैं तो कंप्यूटर मॉनिटर असीं 29 पैदा कर सकते हैं। लेकिन जे कंप्यूटर मॉनिटर असीं 30 पैदा करिए तो असीं LED बल्ब कोई पैदा नहीं कर सकते। तो लास्ट की जी 2 कॉलम के विच असीं लिखा हुआ है कि जे असीं मॉनिटर एक मॉनिटर लॉस ऑफ M मीन्स कंप्यूटर, जे एक मॉनिटर असीं लॉस करते हैं, लूज करते हैं या घट पैदा करते हैं
ਤਾਂ ਅਸੀਂ ਕਿੰਨੇ ਐਡੀਸ਼ਨਲ ਵਰਬ ਜਿਹੜੇ ਨੇ ਪੈਦਾ ਕਰ ਸਕਦੇ ਹਾਂ, ਐਲ ਪ੍ਰੋਡਿਊਸ ਕਰ ਸਕਦੇ ਹਾਂ। ਅਤੇ ਜੇ ਅਸੀਂ ਐਲਈਡੀ ਵਿੱਚ ਲਾਸਟ ਕਾਲਮ ਦੇ ਵਿੱਚ ਲਿਖਿਆ ਹੋਇਆ ਹੈ, ਜੇ ਅਸੀਂ ਐਲਈਡੀ ਵਰਬ ਘੱਟ ਪੈਦਾ ਕਰਦੇ ਹਾਂ ਐਡੀਸ਼ਨਲ ਇੱਕ ਮਤਲਬ, ਤਾਂ ਅਸੀਂ ਕਿੰਨੇ ਕੰਪਿਊਟਰ ਮੋਨੀਟਰ ਜਿਹੜੇ ਨੇ ਪ੍ਰੋਡਿਊਸ ਕਰ ਸਕਦੇ ਹਾਂ। ਹੁਣ ਇਸ ਜਿਹੜੀ ਲਾਸਟ ਦੇ ਵਿੱਚ 1.1 ਜਿਹੜੀ ਡਾਇਗਰਾਮ ਹੈ, ਇਸ ਦਾ ਕੀ ਮਤਲਬ ਹੈ? ਇਹ ਜਿਹੜੀ ਕਰਵ ਹੈ, ਇਹ ਦੋ ਕਰਵ ਜਿਹੜੇ ਨੇ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਨੇ, ਮਤਲਬ ਉਤਪਾਦਨ ਸੰਭਾਵਿਤ ਵਕਰ ਹੈ। ਜੇ ਦੇਸ਼ ਦੇ ਵਿੱਚ ਸਾਧਨ ਸੀਮਿਤ ਹੋਣ ਜਾਂ ਸਾਡੇ ਕੋਲ ਸਾਧਨ ਸੀਮਿਤ ਹੋਣ, ਮੰਨ ਲਓ ਸਾਡੇ ਕੋਲ ਕੋਈ ਵੀ ਸਾਧਨ ਹੈ, 10 ਸਾਡੇ ਕੋਲ ਮਜ਼ਦੂਰ ਨੇ, ਇੱਕ ਸਾਡੇ ਕੋਲ ਟੈਕਨੋਲੋਜੀ ਹੈ, ਇੱਕ ਸਾਡੇ ਕੋਲ ਤਕਨੀਕ ਹੈ, ਇੱਕ ਮਸ਼ੀਨ ਹੈ। ਉਸ ਮਸ਼ੀਨ ਦੇ ਨਾਲ ਅਸੀਂ ਵੱਧ ਤੋਂ ਵੱਧ 30 ਐਲਈਡੀ ਬਲਬ ਪੈਦਾ ਕਰ ਸਕਦੇ ਹਾਂ ਅਤੇ 30 ਅਸੀਂ ਕੰਪਿਊਟਰ ਪੈਦਾ ਕਰ ਸਕਦੇ ਹਾਂ। ਇੱਧਰ ਅਸੀਂ 30 ਕੰਪਿਊਟਰ ਐਲਈਡੀ ਬਲਬ ਅਤੇ 30 ਕੰਪਿਊਟਰ ਅਸੀਂ ਪੈਦਾ ਕਰ ਸਕਦੇ ਹਾਂ। ਇਸ ਕਰਵ ਦੇ ਉੱਤੇ ਜੇ ਸੀ ਬਿੰਦੂ ਦੇ ਉੱਤੇ ਅਸੀਂ ਦੇਖਦੇ ਹਾਂ, ਸੀ ਬਿੰਦੂ ਦੇ ਉੱਤੇ ਅਸੀਂ ਕੰਪਿਊਟਰ ਘੱਟ ਪੈਦਾ ਕਰ ਰਹੇ ਹਾਂ ਅਤੇ ਐਲਈਡੀ ਬਲਬ ਕੀ ਹੈ ਜ਼ਿਆਦਾ ਪੈਦਾ ਕਰ ਰਹੇ ਹਾਂ, ਅਤੇ ਬੀ ਪੁਆਇੰਟ ਤੇ ਅਸੀਂ ਕੰਪਿਊਟਰ ਮੋਨੀਟਰ ਜ਼ਿਆਦਾ ਪੈਦਾ ਕਰ ਰਹੇ ਹਾਂ ਅਤੇ ਐਲਈਡੀ ਬਲਬ ਅਸੀਂ ਕੀ ਹੈ ਘੱਟ ਪੈਦਾ ਕਰ ਰਹੇ ਹਾਂ। ਤਾਂ ਇਸ ਕਰਵ ਦੇ ਉੱਤੇ ਆ ਜਿਹੜੀ ਕਰਵ ਹੈ, ਜਿਹੜੀ 30-30 ਨੂੰ ਮਿਲਾ ਰਹੀ ਹੈ, ਇਸ ਕਰਵ ਦੇ ਉੱਤੇ ਜੇ ਅਸੀਂ ਸਾਧਨਾਂ ਦਾ ਇਸਤਮ ਪ੍ਰਯੋਗ ਕਰਦੇ ਹਾਂ, ਜੋ ਵੀ ਸਾਡੇ ਕੋਲ ਉਪਲਬਧ ਸਾਧਨ ਨੇ, ਉਹਨਾਂ ਸਾਧਨਾਂ ਦਾ ਜੇ ਅਸੀਂ ਪੂਰਾ ਪ੍ਰਯੋਗ ਕਰ ਲੈਂਦੇ ਹਾਂ, ਤਾਂ ਇਸ ਕਰਵ ਦੇ ਉੱਤੇ ਆਪਣੀ ਪ੍ਰਾਇਰਟੀ ਦੇ ਮੁਤਾਬਕ, ਆਪਣੀ ਪ੍ਰਾਥਮਿਕਤਾ ਦੇ ਮੁਤਾਬਕ ਅਸੀਂ ਕੰਪਿਊਟਰ ਅਤੇ ਐਲਈਡੀ ਬਲਬ ਦੋਨਾਂ ਦੇ ਕੰਬੀਨੇਸ਼ਨ ਦੇ ਕੋਈ ਵੀ ਕੰਬੀਨੇਸ਼ਨ ਜਿਹੜਾ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ। ਅਸੀਂ ਕੰਪਿਊਟਰ ਜ਼ਿਆਦਾ ਪੈਦਾ ਕਰ ਸਕਦੇ ਹਾਂ ਜਾਂ ਐਲਈਡੀ ਬਲਬ ਜ਼ਿਆਦਾ ਪੈਦਾ ਕਰ ਸਕਦੇ ਹਾਂ, ਇਹ ਆਪਣੀ ਪ੍ਰਾਥਮਿਕਤਾ ਤੇ ਡਿਪੈਂਡ ਕਰਦਾ ਹੈ। ਇਸ ਡਾਇਗਰਾਮ ਦੇ ਵਿੱਚ A ਪੁਆਇੰਟ ਹੈ, A ਪੁਆਇੰਟ ਤੇ ਜੇ ਅਸੀਂ ਪ੍ਰੋਡਿਊਸ ਕਰਦੇ ਹਾਂ, ਪ੍ਰੋਡਕਸ਼ਨ ਕਰਦੇ ਹਾਂ, ਤਾਂ ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਜਿਹੜੇ ਵੀ ਸਾਧਨ ਉਪਲਬਧ ਨੇ ਉਹਨਾਂ ਦਾ ਅਸੀਂ ਇਸ਼ਤਮ ਪ੍ਰਯੋਗ ਨਹੀਂ ਕਰ ਰਹੇ। ਇਸ਼ਤਮ ਮੈਨੇ ਆਪਟੀਮਮ ਪ੍ਰਯੋਗ ਨਹੀਂ ਕਰ ਰਹੇ, ਅਸੀਂ ਵੱਧ ਤੋਂ ਵੱਧ ਪ੍ਰਯੋਗ ਨਹੀਂ ਕਰ ਰਹੇ। ਤਾਂ ਹੁਣ ਪ੍ਰੋਡਕਸ਼ਨ ਪੋਸਿਬਿਲਿਟੀ ਕਰਨ ਦੀ ਜਿਹੜੀ ਡੈਫੀਨੇਸ਼ਨ ਕੀ ਹੋਗੀ, ਇਸ ਡੈਫੀਨੇਸ਼ਨ ਦੇ ਮੁਤਾਬਕ ਕਿ ਇਹ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਦੋ ਵਸਤੂਆਂ ਦੇ ਅਜਿਹੇ ਜੋੜਿਆਂ ਨੂੰ ਪ੍ਰਗਟ ਕਰਦੀ ਹੈ ਜਿਨ੍ਹਾਂ ਨੂੰ ਦਿੱਤੇ ਹੋਏ ਸਾਧਨਾਂ ਦਾ ਪ੍ਰਯੋਗ ਕਰਕੇ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ, ਉਤਪਾਦਨ ਕਰ ਸਕਦੇ ਹਾਂ। ਮਤਲਬ ਦੋ ਵਸਤੂਆਂ, ਇਸ ਐਗਜ਼ਾਮਪਲ ਦੇ ਵਿੱਚ ਐਲਈਡੀ ਬਲਬਸ ਅਤੇ ਕੰਪਿਊਟਰ, ਦੋ ਵਸਤੂਆਂ ਦੇ ਵੱਖ-ਵੱਖ ਜੋੜੇ ਜਿਨ੍ਹਾਂ ਨੂੰ ਅਸੀਂ ਪ੍ਰੋਡਿਊਸ ਕਰ ਸਕਦੇ ਹਾਂ, ਜਿਨ੍ਹਾਂ ਦਾ ਅਸੀਂ ਉਤਪਾਦਨ ਕਰ ਸਕਦੇ ਹਾਂ ਦਿੱਤੇ ਹੋਏ ਸਾਧਨਾਂ ਦੇ ਨਾਲ। ਦਿੱਤੇ ਹੋਏ ਸਾਧਨ ਸਾਡੇ ਕੋਲ ਕੋਈ ਵੀ ਹੋ ਸਕਦੇ ਹਨ, ਉਹ ਗਿਵਨ ਹੈ, ਉਹ ਸਾਡੇ ਕੋਲ ਲੇਬਰ, ਕੈਪੀਟਲ, ਰਿਸੋਰਸਿਸ, ਡਿਫਰੈਂਟ ਰਿਸੋਰਸਿਸ ਹੋ ਸਕਦੇ ਹਨ, ਉਹ ਦੋਜ਼ ਆਰ ਗਿਵਨ। ਹੁਣ ਇਸ ਕਰਵ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਇਸ ਕਰਵ ਤੋਂ 30 ਜਿਹੜਾ ਪੁਆਇੰਟ ਹੈ, 30 ਕੰਪਿਊਟਰ ਮੋਨੀਟਰ ਅਤੇ 30 ਐਲਈਡੀ ਬਲਬਸ ਤੋਂ ਉੱਪਰ ਇੱਕ ਕਰਵ ਹੈ 35 ਨੂੰ ਟੱਚ ਕਰ ਰਹੀ ਹੈ। ਤਾਂ ਇਹ ਕਰਵ ਉੱਪਰ ਕਦੋਂ ਜਾਏਗੀ? ਜੇ ਅਸੀਂ ਜੋ ਸਾਡੇ ਕੋਲ ਰਿਸੋਰਸਿਸ ਹੈ, ਜੋ ਸਾਡੇ ਕੋਲ ਸਾਧਨ ਹੈ, ਇਹਨਾਂ ਤੋਂ ਜ਼ਿਆਦਾ ਸਾਧਨਾਂ ਦਾ ਅਸੀਂ ਯੂਜ਼ ਕਰੀਏ। ਜੇ ਜੋ ਦਿੱਤੇ ਹੋਏ ਸਾਧਨਾਂ ਦੇ ਵਿੱਚ ਵਾਧਾ ਕਰ ਲੈਂਦੇ ਹਾਂ ਜਾਂ ਉਤਪਾਦਨ ਦੀ ਟੈਕਨੋਲੋਜੀ ਦੇ ਵਿੱਚ ਅਸੀਂ ਸੁਧਾਰ ਕਰ ਲੈਂਦੇ ਹਾਂ ਉਹਨਾਂ ਦਾ, ਤਾਂ ਉਸ ਕੇਸ ਦੇ ਵਿੱਚ ਇਹ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਜਿਹੜੀ ਹੈ, ਪੀਪੀਸੀ ਆਮ ਤੌਰ ਤੇ ਕਹਿ ਦਿੰਦੇ ਹਾਂ, ਤਾਂ ਸੰਭਾਵਿਤ ਉਤਪਾਦਨ ਵਕਰ ਜਿਹੜੀ ਹੈ ਉੱਪਰ ਵੱਲ ਨੂੰ ਚਲੀ ਜਾਂਦੀ ਹੈ। ਤਾਂ ਮਤਲਬ ਅਸੀਂ ਫਿਰ ਇਹਨਾਂ ਸਾਧਨਾਂ ਦੇ ਨਾਲ ਜ਼ਿਆਦਾ ਵਸਤੂਆਂ ਦਾ ਪ੍ਰਯੋਗ, ਜ਼ਿਆਦਾ ਵਸਤੂਆਂ ਦਾ ਉਤਪਾਦਨ ਕੀ ਹੈ ਕਰ ਸਕਦੇ ਹਾਂ। ਜ਼ਿਆਦਾ ਅਸੀਂ ਐਲਈਡੀ ਬਲਬਸ, ਇਸ ਉਦਾਹਰਨ ਦੇ ਮੁਤਾਬਕ ਜ਼ਿਆਦਾ ਅਸੀਂ ਕੰਪਿਊਟਰ ਮੋਨੀਟਰ ਪ੍ਰੋਡਿਊਸ ਕਰ ਸਕਦੇ ਹਾਂ। ਤਾਂ ਇਹ ਸੀਗੀ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ। ਹੁਣ ਇਸ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ, ਉਹ ਵਿਸ਼ੇਸ਼ਤਾਵਾਂ ਬੇਸਿਕਲੀ ਇਸ ਦੀਆਂ ਦੋ ਨੇ। ਅਸੀਂ ਦੇਖ ਰਹੇ ਹਾਂ ਇਸ ਦੇ ਵਿੱਚ ਦੁਬਾਰਾ ਫਿਰ ਆਪਾਂ ਇਸ ਤੇ ਚੱਲਦੇ ਹਾਂ ਕਿ ਇਸ ਦੀ ਢਲਾਨ ਜਿਹੜੀ ਹੈ ਉੱਪਰ ਤੋਂ ਨੀਚੇ ਵੱਲ ਹੁੰਦੀ ਹੈ ਅਤੇ ਦੂਸਰਾ ਹੈ ਇਹ ਕਨਕੇਵ ਟੂ ਦਾ ਪੁਆਇੰਟ ਆਫ ਓਰਿਜਿਨ, ਮੂਲ ਬਿੰਦੂ ਤੋਂ ਦੂਰ ਹੁੰਦੀ ਹੈ। ਤਾਂ ਹੁਣ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਇੱਕ ਸਟ੍ਰੇਟ ਲਾਈਨ ਵੀ ਹੋ ਸਕਦੀ ਹੈ
स्टेट लाइन ਤਾਂ ਹੋਏਗੀ ਜੇ ਮਾਰਜਨਲ ਰੇਟ ਆਫ ਟੈਕਨੋਲੋਜੀਕਲ ਟਰਾਂਸਫਾਰਮੇਸ਼ਨ MRT ਜਿਸ ਨੂੰ ਅਸੀਂ ਕਹਿੰਦੇ ਹਾਂ ਜੇ ਉਹ ਕਨਸਟੈਂਟ ਹੋਵੇ। ਇਸ ਕੇਸ ਦੇ ਵਿੱਚ MRT ਮਾਰਜਨਲ ਰੇਟ ਆਫ ਟਰਾਂਸਫਾਰਮੇਸ਼ਨ ਜਿਹੜੀ ਹੈ ਉਹ ਇਨਕਰੀਜ਼ਿੰਗ ਹੁੰਦਾ ਹੈ ਕਨਕੇਵ ਦੇ ਵਿੱਚ, ਜਦੋਂ ਕਨਕੇਵ ਮੇਰੇ ਮੂਲ ਬਿੰਦੂ ਤੋਂ ਦੂਰ, ਇਹ ਮੂਲ ਬਿੰਦੂ ਤੋਂ ਦੂਰ ਹੈ। ਜੇ ਸਟੇਟ ਲਾਈਨ ਹੋਵੇ ਤਾਂ ਮਾਰਜਨਲ ਰੇਟ ਆਫ ਟਰਾਂਸਫਾਰਮੇਸ਼ਨ ਜਿਹੜਾ ਹੈ ਉਹ ਕੀ ਹੈ, ਕਨਸਟੈਂਟ ਹੋਏਗਾ। ਲੇਕਿਨ ਇਸ ਨੂੰ ਅਸੀਂ ਆਮ ਤੌਰ ਤੇ ਪ੍ਰੋਡਕਸ਼ਨ ਪੋਸਿਬਿਲਿਟੀ ਕਰਵ ਨੂੰ ਅਸੀਂ ਕਨਕੇਵ ਹੀ ਲੈਂਦੇ ਹਾਂ ਕਿਉਂਕਿ ਇਹ ਇੱਕ ਜ਼ਿਆਦਾ ਵਾਸਤਵਿਕ ਹੈ, ਕਿਉਂਕਿ ਇਸ ਦੇ ਵਿੱਚ ਅਸੀਂ ਮੰਨਦੇ ਹਾਂ ਕਿ ਜਿਹੜੇ ਸਾਧਨ ਨੇ ਸਾਧਨਾਂ ਦਾ ਐਫੀਸ਼ੀਐਂਟਲੀ ਯੂਜ਼ ਹੁੰਦਾ, ਐਫੀਸ਼ੀਐਂਟਲੀ ਇਕੁਅਲੀ ਐਫੀਸ਼ੀਐਂਟਲੀ ਅਸੀਂ ਯੂਜ਼ ਕਰਦੇ ਹਾਂ। ਜੇ ਇਹ ਸਟੇਟ ਲਾਈਨ ਹੋਵੇ ਤਾਂ ਸਾਧਨਾਂ ਦਾ ਇਸ਼ਤਮ ਪ੍ਰਯੋਗ ਨਹੀਂ। ਹੁਣ ਅਸੀਂ ਡਿਸਕਸ ਕਰਦੇ ਹਾਂ ਐਲੋਕੇਸ਼ਨ ਆਫ ਰਿਸੋਰਸਿਸ। ਐਲੋਕੇਸ਼ਨ ਸਾਧਨਾਂ ਦੀ ਵੰਡ। ਸਾਧਨਾਂ ਦੀ ਵੰਡ ਤਿੰਨ ਤਰ੍ਹਾਂ ਦੀ ਅਰਥਵਿਵਸਥਾ ਹੁੰਦੀਆਂ ਨੇ, ਇੱਕ ਕੈਪੀਟਲਿਸਟ ਇਕੋਨਮੀ, ਇੱਕ ਸੋਸ਼ਲਿਸਟ ਇਕੋਨਮੀ, ਇੱਕ ਮਿਕਸਡ ਇਕੋਨਮੀ। ਕੈਪੀਟਲਿਸਟ ਇਕੋਨਮੀ ਜਿਸ ਨੂੰ ਅਸੀਂ ਪੂੰਜੀਵਾਦੀ ਅਰਥਵਿਵਸਥਾ ਕਹਿੰਦੇ ਹਾਂ, ਸੋਸ਼ਲਿਸਟ ਇਕੋਨਮੀ ਜਿਸ ਨੂੰ ਅਸੀਂ ਸਮਾਜਵਾਦੀ ਅਰਥਵਿਵਸਥਾ ਕਹਿ ਦਿੰਦੇ ਹਾਂ, ਮਿਕਸਡ ਇਕੋਨਮੀ ਮਿਸ਼ਰਤ ਅਰਥਵਿਵਸਥਾ ਜਿਸ ਦੇ ਵਿੱਚ ਦੋਨਾਂ ਦਾ ਮਿਸ਼ਰਣ ਲਿਆ ਜਾਂਦਾ ਹੈ, ਕੈਪੀਟਲਿਸਟ ਅਤੇ ਸੋਸ਼ਲਿਸਟ ਇਕੋਨਮੀ ਦੋਨਾਂ ਦਾ ਮਿਸ਼ਰਣ ਲਿਆ ਜਾਂਦਾ ਹੈ। ਮਿਸ਼ਨ ਅਰਥਵਿਵਸਥਾ ਦੇ ਵਿੱਚ ਜਿਹੜੀਆਂ ਮਾਰਕੀਟ ਫੋਰਸਿਸ, ਬਾਜ਼ਾਰੀ ਸ਼ਕਤੀਆਂ, ਡਿਮਾਂਡ ਅਤੇ ਸਪਲਾਈ, ਮਤਲਬ ਜਿਹੜੀਆਂ ਦੁਆਰਾ ਵੀ ਕੀਮਤ ਜਿਹੜੀਆਂ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਸਰਕਾਰ ਵੀ ਕੀਮਤਾਂ ਦਾ ਨਿਰਧਾਰਨ ਕਰਦੀ ਹੈ। ਗਵਰਨਮੈਂਟ ਕਈ ਚੀਜ਼ਾਂ ਨੂੰ ਰੈਗੂਲੇਟ ਕਰਦੀ ਹੈ, ਕਈ ਚੀਜ਼ਾਂ ਤੇ ਨਿਯੰਤਰਣ ਕਰਦੀ ਹੈ ਅਤੇ ਕਈ ਵਸਤੂਆਂ ਦਾ ਉਤਪਾਦਨ ਅਤੇ ਕਈ ਵਸਤੂਆਂ ਦੀ ਕੀਮਤ ਜਿਹੜੀ ਹੈ ਉਹ ਬਾਜ਼ਾਰੀ ਸ਼ਕਤੀਆਂ ਤੇ ਛੱਡ ਦਿੰਦੀ ਹੈ। ਤਾਂ ਇਸ ਤਰ੍ਹਾਂ ਦੀ ਅਰਥਵਿਵਸਥਾ ਨੂੰ ਅਸੀਂ ਮਿਸ਼ਰਤ ਅਰਥਵਿਵਸਥਾ ਜਿਹੜੀ ਹੈ ਉਹ ਕਹਿੰਦੇ ਹਾਂ। ਤਾਂ ਕੈਪੀਟਲਿਸਟ ਇਕੋਨਮੀ ਦੇ ਵਿੱਚ ਸਾਧਨਾਂ ਦੀ ਵੰਡ ਜਿਹੜੀ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜਿਹੜੀ ਸੋਸ਼ਲਿਸਟ ਇਕੋਨਮੀ ਦੇ ਵਿੱਚ ਜਿਹੜੀ ਹੈ ਸਾਧਨਾਂ ਦੀ ਵੰਡ ਜਿਹੜੀ ਹੈ ਉਹ ਸਰਕਾਰ ਦੇ ਹੱਥਾਂ ਵਿੱਚ ਹੁੰਦੀ ਹੈ। ਮਿਸ਼ਰਤ ਅਰਥਵਿਵਸਥਾ ਵਿੱਚ ਇਹਨਾਂ ਦੋਨਾਂ ਦੇ ਸੁਮੇਲ ਦੇ ਵਿੱਚ, ਦੋਨਾਂ ਦੇ ਕੰਬੀਨੇਸ਼ਨ ਮਤਲਬ ਕੁਝ ਸਾਧਨਾਂ ਦੀ ਵੰਡ ਜਿਹੜੀ ਹੈ ਉਹ ਨਿੱਜੀ ਹੱਥਾਂ ਵਿੱਚ, ਪ੍ਰਾਈਵੇਟ ਹੈਂਡ ਦੇ ਵਿੱਚ, ਪ੍ਰਾਈਵੇਟ ਸੈਕਟਰ ਦੇ ਵਿੱਚ ਅਤੇ ਕੁਝ ਦੀ ਪਬਲਿਕ ਸੈਕਟਰ ਦੇ ਵਿੱਚ, ਸਾਰਵਜਨਿਕ ਖੇਤਰ ਦੇ ਵਿੱਚ ਸਰਕਾਰ ਦੇ ਹੱਥਾਂ ਵਿੱਚ ਹੁੰਦੀ ਹੈ। ਅਤੇ ਇਸ ਤਰ੍ਹਾਂ ਅਸੀਂ ਨਿੱਜੀ ਅਤੇ ਸਰਕਾਰੀ ਦੋਨੋਂ ਰਿਸੋਰਸਿਸ ਦੀ ਵੰਡ ਕਰਕੇ ਅਰਥਵਿਵਸਥਾ ਨੂੰ ਅੱਗੇ ਲੈ ਕੇ ਜਾਂਦੇ। ਨੈਕਸਟ ਹੈ ਇਕਨੋਮਿਕ ਮੈਥੋਡੋਲੋਜੀ ਐਂਡ ਇਕਨੋਮਿਕ ਲਾਜ਼। ਇਕਨੋਮਿਕ ਮੈਥੋਡੋਲੋਜੀ ਕੀ ਹੁੰਦੀ ਹੈ? ਆਰਥਿਕ ਵਿਧੀਆਂ ਅਤੇ ਇਕਨੋਮਿਕ ਲਾਜ਼ ਆਰਥਿਕ ਨਿਯਮ। ਇਕਨੋਮਿਕ ਮੈਥੋਡੋਲੋਜੀ ਜਿਹੜਾ ਹੈ ਇਸ ਗੱਲ ਦੀ ਜਾਂਚ ਪੜਤਾਲ ਕਰਦਾ ਹੈ ਕਿ ਨੇਚਰ ਆਫ ਇਕਨੋਮਿਕਸ ਜਿਹੜੀ ਅਰਥਵਿਵਸਥਾ ਦੀ ਜਿਹੜੀ ਪ੍ਰਕਿਰਤੀ ਹੈ ਉਹ ਵਿਗਿਆਨ ਦੇ ਤੌਰ ਤੇ ਕਿਸ ਤਰ੍ਹਾਂ ਦੀ ਹੈ। ਇਸ ਦੇ ਵਿੱਚ ਅਸੀਂ ਇਨਵੈਸਟੀਗੇਟ ਕਰਦੇ ਹਾਂ, ਇਸ 'ਚ ਜਾਂਚ ਪੜਤਾਲ ਕਰਦੇ ਹਾਂ ਕਿ ਮਾਨਤਾਵਾਂ ਅਜੰਪਸ਼ਨਸ ਦੀ ਨੇਚਰ ਕਿਸ ਤਰ੍ਹਾਂ ਦੀ ਹੈ, ਰੀਜ਼ਨਿੰਗ ਜਿਹੜੀ ਰੀਜ਼ਨਿੰਗ ਦੀ ਟਾਈਪ ਕਿਸ ਤਰ੍ਹਾਂ ਦੀ ਹੈ ਅਤੇ ਐਕਸਪਲੇਨੇਸ਼ਨ ਜਿਹੜੀ ਵਿਆਖਿਆ ਅਸੀਂ ਕਰਦੇ ਹਾਂ ਉਸ ਦਾ ਰੂਪ ਕਿਸ ਤਰ੍ਹਾਂ ਦਾ ਹੈ ਅਤੇ ਜਿਸ ਨੂੰ ਕਿ ਅਸੀਂ ਵਿਗਿਆਨ ਦੇ ਵਿੱਚ ਪ੍ਰਯੋਗ ਕਰਦੇ ਹਾਂ। ਤਾਂ ਇਸ ਦੇ ਵਿੱਚ ਵੇਰੀਅਸ ਪ੍ਰੈਕਟਿਸਿਸ ਅਸੀਂ ਕਰਦੇ ਹਾਂ, ਅਸੀਂ ਕਲਾਸੀਫਿਕੇਸ਼ਨ ਕਰਦੇ ਹਾਂ, ਵਰਗੀਕਰਨ ਕਰਦੇ ਹਾਂ, ਡਿਸਕ੍ਰਾਈਬ ਕਰਦੇ ਹਾਂ, ਡਿਸਕ੍ਰਿਪਸ਼ਨ ਕਰਦੇ ਹਾਂ, ਐਕਸਪਲੇਨੇਸ਼ਨ ਕਰਦੇ ਹਾਂ, ਅਸੀਂ ਮਾਪਦੇ ਹਾਂ, ਮੇਜਰਮੈਂਟ ਕਰਦੇ ਹਾਂ, ਅਸੀਂ ਭਵਿੱਖਬਾਣੀ ਕਰਦੇ ਹਾਂ, ਪ੍ਰੈਡਿਕਸ਼ਨ ਕਰਦੇ ਹਾਂ, ਅਸੀਂ ਫਿਰ ਟੈਸਟ ਕਰਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ ਨੇ ਆਰਥਿਕ ਵਿਧੀਆਂ ਦੇ ਨਾਲ, ਆਰਥਿਕ ਮੈਥੋਡੋਲੋਜੀ ਦੇ ਨਾਲ। ਇਕਨੋਮਿਕ ਜਿਹੜੀ ਮੈਥੋਡੋਲੋਜੀ ਹੈ, ਆਰਥਿਕ ਜਿਹੜੀ ਵਿਧੀਆਂ ਨੇ ਇਹ ਐਗਜ਼ਾਮਿਨ ਕਰਦੀ ਹੈ ਦਾ ਬੇਸਿਸ ਐਂਡ ਗਰੁੱਪਸ ਫॉर ਐਕਸਪਲੇਨੇਸ਼ਨ ਕਿ ਇਸ ਦਾ ਜਿਹੜਾ ਐਕਸਪਲੇਨੇਸ਼ਨ ਦਾ ਜਿਹੜਾ ਵਿਆਖਿਆ ਦਾ ਜਿਹੜਾ ਆਧਾਰ ਕੀ ਹੋਏਗਾ ਅਤੇ ਸਾਨੂੰ ਫਿਰ ਇਸ ਦੇ ਨਾਲ ਫੋਰ ਐਗਜ਼ਾਮਪਲ ਇਕੋਨੋਮਿਸਟ ਯੂਜ਼ ਦਾ ਸ਼ਿਫਟਿੰਗ ਆਫ ਡਿਮਾਂਡ ਐਂਡ ਸਪਲਾਈ ਕਰਵ ਕਿ ਆਰਥਿਕ ਇਕੋਨੋਮਿਸਟ ਜਿਹੜੇ ਨੇ, ਅਰਥ ਸ਼ਾਸਤਰੀ ਜਿਹੜੇ ਨੇ
ਇਸ ਗੱਲ ਦੀ ਵਿਆਖਿਆ ਕਰ ਸਕਦੇ ਹਾਂ ਜਾਂ ਇਸ ਗੱਲ ਦੀ ਵਿਆਖਿਆ ਦੇ ਲਈ ਇਕਨੋਮਿਕ ਮੈਥੋਡੋਲੋਜੀ ਨੂੰ ਯੂਜ਼ ਕਰ ਸਕਦੇ ਹਾਂ ਕਿ ਡਿਮਾਂਡ ਅਤੇ ਸਪਲਾਈ, ਮੰਗ ਅਤੇ ਪੂਰਤੀ ਦੀ ਜਿਹੜੀ ਪਕੜ ਹੈ ਇਹ ਕਿਵੇਂ ਸ਼ਿਫਟ ਹੁੰਦੀ ਹੈ, ਉੱਪਰ ਨੂੰ ਸ਼ਿਫਟ ਹੋ ਰਹੀ ਹੈ ਜਾਂ ਨੀਚੇ ਨੂੰ ਹੋ ਰਹੀ ਹੈ। ਅਤੇ ਇਸ ਗੱਲ ਦੇ ਲਈ ਇਸ ਗੱਲ ਦਾ ਅੰਜਾਮ ਦੇਣ ਦੇ ਲਈ ਕਿ ਕੀਮਤਾਂ ਕਿਉਂ ਤਬਦੀਲ ਹੋ ਰਹੀਆਂ ਨੇ, ਕੀਮਤਾਂ ਕਿਉਂ ਕੀਮਤ ਤਬਦੀਲ ਹੋ ਰਹੀ ਹੈ, ਕੀਮਤਾਂ ਕਿਉਂ ਤਬਦੀਲ ਹੋ ਰਹੀਆਂ ਨੇ, ਕੀਮਤਾਂ ਵਿੱਚ ਵਾਧਾ ਜਾਂ ਘਾਟਾ ਕਿਉਂ ਹੋ ਰਿਹਾ ਹੈ, ਕਿਉਂਕਿ ਮੰਗ ਵੱਧ ਰਹੀ ਹੈ ਜਾਂ ਸਪਲਾਈ ਜਿਹੜੀ ਹੈ ਘਟ ਰਹੀ ਹੈ। ਸਾਨੂੰ ਪਤਾ ਹੈ ਜੇ ਸਪਲਾਈ ਜ਼ਿਆਦਾ ਹੋ ਜਾਵੇ, ਪੂਰਤੀ ਜ਼ਿਆਦਾ ਹੋ ਜਾਵੇ ਮੰਗ ਦੇ ਨਾਲੋਂ, ਤਾਂ ਕੀਮਤਾਂ ਜਿਹੜੀਆਂ ਨੇ ਘਟ ਜਾਣਗੀਆਂ। ਜੇ ਪੂਰਤੀ ਦੇ ਨਾਲੋਂ ਮੰਗ ਜ਼ਿਆਦਾ ਹੋ ਜਾਵੇ ਤਾਂ ਕੀਮਤਾਂ ਕਿਨੇ ਵੱਧ ਜਾਂਦੀਆਂ। ਤਾਂ ਜਦੋਂ ਮੰਗ ਵਧੇਗੀ ਤਾਂ ਮੰਗ ਵਕਰ ਜਿਹੜੀ ਹੈ ਉੱਪਰ ਵੱਲ ਨੂੰ ਖਿਸਕ ਜਾਏਗੀ, ਅਤੇ ਜੇ ਮੰਗ ਘਟੇਗੀ ਤਾਂ ਮੰਗ ਵਕਰ ਜਿਹੜੀ ਹੈ ਨੀਚੇ ਨੂੰ ਖਿਸਕ ਜਾਏਗੀ। ਜੇ ਨੀਚੇ ਨੂੰ ਜਾਏਗੀ ਮੰਗ ਵਕਰ, ਨੀਚੇ ਨੂੰ ਸ਼ਿਫਟ ਹੋ ਜਾਏਗੀ ਤਾਂ ਕੀਮਤਾਂ ਜਿਹੜੀਆਂ ਨੇ ਘਟ ਜਾਣਗੀਆਂ। ਜੇ ਮੰਗ ਵਕਰ ਉੱਪਰ ਨੂੰ ਜਾਏਗੀ ਤਾਂ ਕੀਮਤਾਂ ਜਿਹੜੀਆਂ ਨੇ ਉਹ ਵੱਧ ਜਾਣਗੀਆਂ। ਇਸੇ ਤਰ੍ਹਾਂ ਜਦੋਂ ਸਪਲਾਈ ਉੱਪਰ ਨੂੰ ਜਾਏਗੀ, ਸ਼ਿਫਟ ਹੋਏਗੀ ਉਦਾਹਰਨ ਦੇ ਤੌਰ ਤੇ, ਤਾਂ ਇਸ ਦਾ ਮਤਲਬ ਕਿ ਕੀਮਤਾਂ ਜਿਹੜੀਆਂ ਨੇ ਵੱਧ ਗਈਆਂ, ਸਪਲਾਈ ਜਿਹੜੀ ਹੈ ਵੱਧ ਗਈ। ਪੂਰਤੀ ਜਦੋਂ ਵੱਧ ਜਾਏਗੀ ਤਾਂ ਕੀਮਤ ਜਿਹੜੀ ਹੈ ਨਾ ਮੌਜੂਦਾ ਹਾਲਤ ਦੇ ਵਿੱਚ ਕੀ ਹੈ, ਘਟ ਜਾਏਗੀ। ਜੇ ਸਪਲਾਈ ਕਰਵ ਨੀਚੇ ਨੂੰ ਸ਼ਿਫਟ ਹੋ ਜਾਂਦੀ ਹੈ ਤਾਂ ਕੀਮਤ ਜਿਹੜੀ ਹੈ ਉਸਦੇ ਘਟਣ ਦੇ ਆਸਾਰ ਨੇ, ਜੇ ਸਪਲਾਈ ਜਿਹੜੀ ਹੈ ਘਟ ਜਾਏ। ਤਾਂ ਇਸ ਤਰ੍ਹਾਂ ਦੇ ਮੈਥੋਡੋਲੋਜੀ, ਇਸ ਤਰ੍ਹਾਂ ਦੀ ਪ੍ਰੈਡਿਕਸ਼ਨਸ, ਅਸੀਂ ਵਿਆਖਿਆ ਜਿਹੜੀ ਹੈ ਅਸੀਂ ਕਰਦੇ ਹਾਂ। ਫਿਰ ਜਦੋਂ ਵੀ ਅਸੀਂ ਡਿਮਾਂਡ ਅਤੇ ਸਪਲਾਈ, ਉਦਾਹਰਨ ਦੇ ਤੌਰ ਤੇ ਮਾਰਕੀਟ ਫੋਰਸਿਸ ਨੂੰ ਸਟੱਡੀ ਕਰਦੇ ਹਾਂ, ਤਾਂ ਡਿਫਰੈਂਟ ਸੈਂਪਲਸ ਲੈ ਕੇ ਅਸੀਂ ਬਾਜ਼ਾਰ ਦੇ ਵਿੱਚ ਟੈਸਟ ਕਰਦੇ ਹਾਂ। ਕਈ ਤਰ੍ਹਾਂ ਦੇ ਸਟੈਟਿਸਟਿਕਲ ਐਨਾਲਿਸਿਸ ਜਿਹੜੇ ਨੇ, ਸੰਖਿਆਕੀ ਵਿਸ਼ਲੇਸ਼ਣ ਕਰਦੇ ਹਾਂ। ਕਈ ਤਰ੍ਹਾਂ ਦੇ ਫਾਰਮੂਲੇ ਲਗਾ ਕੇ ਅਸੀਂ ਦੇਖਦੇ ਹਾਂ ਕਿ ਕੀਮਤਾਂ ਵਧਣ ਦੇ ਘਟਣ ਦੇ ਕੀ ਰੀਜ਼ਨਸ ਨੇ, ਕੀ ਕਾਰਨ ਨੇ। ਤਾਂ ਥੀਸ ਆਰ ਦਾ ਇਕਨੋਮਿਕ ਮੈਥੋਡੋਲੋਜੀ, ਅਤੇ ਉਸ ਦੇ ਬੇਸ ਤੇ ਅਸੀਂ ਆਰਥਿਕ ਨਿਯਮ ਬਣਾ ਦਿੰਦੇ ਹਾਂ, ਜਿਸ ਤਰ੍ਹਾਂ ਲਾਅ ਆਫ ਡਿਮਾਂਡ, ਲਾਅ ਆਫ ਸਪਲਾਈ, ਸੋ ਐਂਡ ਸੋ ਫੋਰਥ। ਅਤੇ ਇਸ ਤਰ੍ਹਾਂ ਹੀ ਇੱਕ ਇੰਡਕਟਿਵ ਐਂਡ ਡਿਡਕਟਿਵ ਰੀਜ਼ਨਿੰਗ ਅਸੀਂ ਕਰਦੇ ਹਾਂ। ਇੰਡਕਟਿਵ ਐਂਡ ਡਿਡਕਟਿਵ, INDUCTIV, ਇੰਡਕਟਿਵ ਐਂਡ ਡਿਡਕਟਿਵ ਰੀਜ਼ਨਿੰਗ। ਤਾਂ ਆਰਥਿਕ ਨਿਯਮ ਦਾ ਨਿਰਮਾਣ ਕਰਨ ਦੇ ਲਈ ਅਸੀਂ ਇਹ ਦੋ ਤਰ੍ਹਾਂ ਦੀ ਰੀਜ਼ਨਿੰਗ ਅਸੀਂ ਯੂਜ਼ ਕਰਦੇ ਹਾਂ, ਜਿਸ ਨੂੰ ਅਸੀਂ ਇੰਡਕਟਿਵ ਐਂਡ ਡਿਡਕਟਿਵ ਰੀਜ਼ਨਿੰਗ ਕਹਿੰਦੇ ਹਾਂ। ਇਸ ਨੂੰ ਅਸੀਂ ਡਿਟੇਲ 'ਚ ਬਾਅਦ 'ਚ ਕਰ ਲਾਂਗੇ। ਤਾਂ ਹੁਣ ਅਸੀਂ ਡਿਸਕਸ ਕਰਦੇ ਹਾਂ ਇਕੁਇਲੀਬ੍ਰੀਅਮ। ਇਕੁਇਲੀਬ੍ਰੀਅਮ ਅਸੀਂ ਸਟੱਡੀ ਕੀਤਾ ਹੈ, ਕੰਜ਼ਿਊਮਰਸ ਇਕੁਇਲੀਬ੍ਰੀਅਮ, ਪ੍ਰੋਡਿਊਸਰਸ ਇਕੁਇਲੀਬ੍ਰੀਅਮ। ਇਹ ਇਕੁਇਲੀਬ੍ਰੀਅਮ ਆਰਥਿਕ ਵਿਸ਼ਲੇਸ਼ਣ ਦੇ ਵਿੱਚ ਇੱਕ ਇੰਪੋਰਟੈਂਟ ਟੂਲ ਹੈ। ਕਈ ਤਰ੍ਹਾਂ ਦੀਆਂ ਜਿਹੜੀਆਂ ਸ਼ਕਤੀਆਂ ਨੇ, ਪੁੱਲ ਐਂਡ ਪੁਸ਼, ਕਈ ਤਰ੍ਹਾਂ ਦੀਆਂ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਕਿ ਇਸ ਇਕੁਇਲੀਬ੍ਰੀਅਮ ਨੂੰ ਡਿਸਟਰਬ ਕਰਕੇ ਰੱਖਦੀਆਂ ਨੇ, ਡਿਸਟਰਬ ਕਰਦੀਆਂ ਨੇ। ਡਿਮਾਂਡ ਐਂਡ ਸਪਲਾਈ ਕਈ ਵਾਰੀ ਸੰਤੁਲਨ 'ਚ ਆ ਜਾਂਦੀਆਂ ਨੇ, ਕਈ ਵਾਰੀ ਜਦੋਂ ਸੰਤੁਲਨ ਡਿਸਟਰਬ ਹੋ ਜਾਂਦਾ ਹੈ ਤਾਂ ਕੀਮਤਾਂ ਦੇ ਵਿੱਚ ਉਤਾਰ ਚੜ੍ਹਾਅ ਆਉਣੇ ਸ਼ੁਰੂ ਹੋ ਜਾਂਦੇ ਨੇ। ਤਾਂ ਹੁਣ ਇਕੁਇਲੀਬ੍ਰੀਅਮ ਹੁੰਦਾ ਕੀ ਹੈ? ਇਕੁਇਲੀਬ੍ਰੀਅਮ ਇੱਕ ਸਟੇਟ ਆਫ ਰੈਸਟ ਹੈ। ਜਦੋਂ ਅਰਥ ਵਿਵਸਥਾ ਸੰਤੁਲਨ ਦੀ ਹਾਲਤ ਵਿੱਚ ਹੋਵੇ, ਰੈਸਟ ਦੀ ਹਾਲਤ ਵਿੱਚ ਹੋਵੇ, ਵਿਸ਼ਰਾਮ ਦੀ ਹਾਲਤ ਵਿੱਚ ਹੋਵੇ, ਜਿੱਥੇ ਮਤਲਬ ਕਿ ਉਪਭੋਗੀ ਸੰਤੁਲਨ ਦੀ ਹਾਲਤ ਵਿੱਚ ਹੈ, ਪ੍ਰੋਡਿਊਸਰ ਸੰਤੁਲਨ ਦੀ ਹਾਲਤ ਵਿੱਚ ਹੈ, ਤਾਂ ਉਸ ਨੂੰ ਅਸੀਂ ਸੰਤੁਲਨ ਕਹਿ ਦਿੰਦੇ ਹਾਂ। ਇਸ ਦੇ ਵਿੱਚ ਕੀ ਹੁੰਦਾ ਹੈ ਕਿ ਕਿਸੇ ਵੀ ਸ਼ਕਤੀ ਦੀ ਕੋਈ ਇਹ ਕੋਸ਼ਿਸ਼ ਨਹੀਂ ਹੁੰਦੀ ਕਿ ਅਸੀਂ ਇਸ ਤੋਂ ਮੂਵ ਕਰੀਏ। ਮਤਲਬ ਡਿਮਾਂਡ, ਜਦੋਂ ਡਿਮਾਂਡ ਐਂਡ ਸਪਲਾਈ ਫੋਰਸਿਸ, ਜਿਹਨੂੰ ਅਸੀਂ ਮਾਰਕੀਟ ਫੋਰਸਿਸ ਕਹਿੰਦੇ ਹਾਂ, ਪੂਰੀ ਤਰ੍ਹਾਂ ਰੈਸਟ ਤੇ ਆ ਜਾਣ ਤਾਂ ਉਸ ਨੂੰ ਅਸੀਂ ਇਕੁਇਲੀਬ੍ਰੀਅਮ ਜਾਂ ਸੰਤੁਲਨ ਦੀ ਹਾਲਤ ਦੇ ਵਿੱਚ ਸੰਤੁਲਨ ਕਹਿ ਦਿੰਦੇ ਹਾਂ। ਇੱਕ ਕੰਜ਼ਿਊਮਰ ਜਿਹੜਾ ਹੈ ਉਦੋਂ ਸੰਤੁਲਨ ਵਿੱਚ ਹੁੰਦਾ ਹੈ ਜਦੋਂ ਉਹ ਆਪਣੇ ਖਰਚ ਨੂੰ ਇਸ ਤਰ੍ਹਾਂ ਕਰਦਾ ਹੈ ਜਿਸ ਨਾਲ ਉਸ ਨੂੰ ਵੱਧ ਤੋਂ ਵੱਧ ਸੰਤੁਸ਼ਟੀ ਹੋਵੇ। ਇੱਕ ਵਪਾਰੀ, ਇੱਕ ਬਿਜ਼ਨਸ ਫਰਮ ਉਦੋਂ ਸੰਤੁਲਨ ਵਿੱਚ ਹੁੰਦਾ ਹੈ ਜਦੋਂ ਆਪਣੇ ਸਾਧਨਾਂ ਦਾ ਪ੍ਰਯੋਗ ਐਵੇਂ ਕਰੇ ਕਿ ਉਸ ਨੂੰ ਵੱਧ ਤੋਂ ਵੱਧ ਲਾਭ ਹੋ। ਇੱਕ ਰਿਸੋਰਸ ਓਨਰ ਜਿਹਦੇ ਕੋਲ ਸਾਧਨ ਆਪਣੇ ਹੋਣ, ਉਹ ਉਦੋਂ ਸੰਤੁਲਨ ਵਿੱਚ ਹੁੰਦਾ ਹੈ ਜਦੋਂ ਉਸਦੀ ਇਨਕਮ ਜਿਹੜੀ ਹੈ ਵੱਧ ਤੋਂ ਵੱਧ ਹੋਵੇ।
ਅਤੇ ਰਿਸੋਰਸਿਸ ਦਾ ਵੱਧ ਤੋਂ ਵੱਧ ਇਸਤੇਮਾਲ ਹੋਵੇ। ਅਤੇ ਇੱਕ ਅਰਥ ਵਿਵਸਥਾ ਉਦੋਂ ਸੰਤੁਲਨ ਵਿੱਚ ਹੁੰਦੀ ਹੈ ਜਦੋਂ ਕੁੱਲ ਮੰਗ ਕੁੱਲ ਪੂਰਤੀ ਦੇ ਬਰਾਬਰ ਹੋਵੇ, ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਬਰਾਬਰ ਹੋਵੇ। ਤਾਂ ਇਹ ਇਕੁਇਲਿਬਰੀਅਮ ਦੀ ਜਿਹੜੀ ਧਾਰਨਾ ਹੈ ਬਹੁਤ ਹੀ ਇੰਪੋਰਟੈਂਟ ਹੈ, ਬਹੁਤ ਹੀ ਜ਼ਰੂਰੀ ਹੈ। ਇਸ ਕਰਕੇ ਨਹੀਂ ਕਿ ਹਮੇਸ਼ਾ ਹੀ ਅਰਥ ਵਿਵਸਥਾ ਦੇ ਵਿੱਚ ਸੰਤੁਲਨ ਬਰਕਰਾਰ ਅਟੇਨਮੈਂਟ ਨਹੀਂ ਕੀਤਾ ਜਾ ਸਕਦਾ। ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਫੋਰਸਿਸ ਨੇ ਜਿਹੜੀਆਂ ਇਸ ਸੰਤੁਲਨ ਨੂੰ ਡਿਸਟਰਬ ਕਰਦੀਆਂ ਨੇ, ਲੇਕਿਨ ਦੁਬਾਰਾ ਫਿਰ ਅਰਥ ਵਿਵਸਥਾ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਦੁਬਾਰਾ ਫਿਰ ਮੁੜ ਸੰਤੁਲਨ ਦੀ ਹਾਲਤ ਵਿੱਚ ਪਹੁੰਚ ਜਾਈਏ। ਇਹ ਸੰਤੁਲਨ ਆਮ ਤੌਰ ਤੇ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਪਾਰਸ਼ੀਅਲ, ਇੱਕ ਜਨਰਲ। ਪਾਰਸ਼ਿਕ ਸੰਤੁਲਨ ਨੂੰ ਅਸੀਂ ਆਂਸ਼ਿਕ ਸੰਤੁਲਨ ਕਹਿੰਦੇ ਹਾਂ ਪੰਜਾਬੀ ਵਿੱਚ। ਆਂਸ਼ਿਕ ਸੰਤੁਲਨ ਕਦੋਂ ਹੁੰਦਾ ਹੈ? ਜਦੋਂ ਅਸੀਂ ਇੱਕ ਮਾਰਕੀਟ ਦੇ ਉੱਤੇ ਫੋਕਸ ਕਰਦੇ ਹਾਂ, ਇੱਕ ਮਾਰਕੀਟ ਤੇ ਅਸੀਂ ਆਪਣਾ ਧਿਆਨ ਕੇਂਦਰਿਤ ਕਰਦੇ ਹਾਂ ਅਤੇ ਬਾਕੀ ਰੈਸਟ ਆਫ ਦੀ ਇਕਨੋਮੀ ਨੂੰ, ਬਾਕੀ ਉਸ ਨੂੰ ਆਈਸੋਲੇਟ ਕਰ ਦਿੰਦੇ ਹਾਂ। ਜਿਹੜੀ ਅਰਥ ਵਿਵਸਥਾ ਦੇ ਬਾਕੀ ਜਿਹੜੇ ਐਕਟੀਵਿਟੀਜ਼ ਨੇ ਉਹਨੂੰ ਅਸੀਂ ਅਜ਼ਿਊਮ ਮੰਨਦੇ ਹਾਂ ਕਿ ਉਹ ਉਹਨਾਂ ਦਾ ਕੋਈ ਰੋਲ ਨਹੀਂ ਹੈ। ਅਸੀਂ ਉਸ ਦਾ ਇੱਕ ਅੰਗ, ਉਸ ਦੀ ਇੱਕ ਸੈਕਟਰ ਨੂੰ ਅਸੀਂ ਉਹਦੇ ਵਿੱਚ ਦੇਖਦੇ ਹਾਂ ਕਿ ਉਹਦੇ ਵਿੱਚ ਸੰਤੁਲਨ ਹੈ ਜਾਂ ਨਹੀਂ ਹੈ, ਉਸ ਦਾ ਅਸੀਂ ਵਿਸ਼ਲੇਸ਼ਣ ਕਰੀਏ ਤਾਂ ਅਸੀਂ ਉਸ ਨੂੰ ਕਹਿੰਦੇ ਹਾਂ ਆਂਸ਼ਿਕ ਸੰਤੁਲਨ। ਮਤਲਬ ਕਿ ਇੱਕ ਨੂੰ ਅਸੀਂ ਕਨਸਟੈਂਟ ਮੰਨੀਏ ਅਤੇ ਦੂਜੇ ਦੇ ਵਿੱਚ ਅਸੀਂ ਸੰਤੁਲਨ ਨੂੰ ਦੇਖੀਏ। ਜਨਰਲ ਇਕੁਇਲਿਬਰੀਅਮ ਦੇ ਵਿੱਚ ਅਸੀਂ ਸਾਈਮਲਟੇਨੀਅਸਲੀ ਇੱਕੋ ਹੀ ਸਮੇਂ ਦੇ ਉੱਤੇ ਮਾਰਕੀਟ ਸਾਰੀਆਂ ਜਿਹੜੀਆਂ ਬਾਜ਼ਾਰ ਦੀਆਂ ਅਰਥ ਵਿਵਸਥਾ ਦੇ ਸਾਰੇ ਬਾਜ਼ਾਰਾਂ ਦੇ ਵਿੱਚ, ਸਾਰੀ ਮਾਰਕੀਟਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸੰਤੁਲਨ ਹੈ ਜਾਂ ਨਹੀਂ। ਮਤਲਬ ਅਸੀਂ ਇਸ ਦੇ ਵਿੱਚ ਕਿਸੇ ਵੀ ਇੱਕ ਸੈਕਟਰ ਨੂੰ ਅਸੀਂ ਕਨਸਟੈਂਟ ਨਹੀਂ ਮੰਨਦੇ ਅਤੇ ਪਾਰਸ਼ੀਅਲ ਇਕੁਇਲਿਬਰੀਅਮ ਦੇ ਵਿੱਚ ਅਸੀਂ ਇੱਕ ਸੈਕਟਰ ਨੂੰ ਕਨਸਟੈਂਟ ਮੰਨ ਕੇ ਬਾਕੀ ਦੇ ਵਿੱਚ ਅਸੀਂ ਡਿਸਕਸ ਕਰਦੇ ਹਾਂ। ਹੁਣ ਅਸੀਂ ਡਿਸਕਸ ਕਰਦੇ ਹਾਂ ਪੋਜ਼ਿਟਿਵ ਵਰਸਸ ਨੋਰਮੇਟਿਵ ਇਕਨੋਮਿਕਸ, ਧਨਾਤਮਕ ਅਤੇ ਬਨਾਮ ਆਦਰਸ਼ ਵਿਗਿਆਨ। ਧਨਾਤਮਕ ਅਰਥ ਵਿਵਸਥਾ ਹੁੰਦੀ ਹੈ ਜਿਹਦੇ ਵਿੱਚ ਅਸੀਂ ਫੈਕਟਸ ਐਂਡ ਫਿਗਰਸ ਨੂੰ ਐਕਸਪਲੇਨ ਕਰਦੇ ਹਾਂ। ਮਤਲਬ ਜੋ ਵਾਪਰ ਰਿਹਾ ਹੈ ਉਸ ਨੂੰ ਅਸੀਂ ਵਿਆਖਿਆ ਕਰੀਏ, ਉਸ ਜੋ ਸੱਚਾਈ ਹੈ ਉਸ ਦੀ ਅਸੀਂ ਡਿਸਕਸ ਕਰੀਏ ਕਿ ਮੰਨ ਲਓ ਬਾਜ਼ਾਰ ਦੇ ਵਿੱਚ ਕੀਮਤਾਂ ਜ਼ਿਆਦਾ ਨੇ ਤਾਂ ਅਸੀਂ ਕਹੀਏ ਕਿ ਕੀਮਤਾਂ ਜ਼ਿਆਦਾ ਨੇ, ਜੇ ਕੀਮਤਾਂ ਘੱਟ ਨੇ ਅਸੀਂ ਕਹੀਏ ਕੀਮਤਾਂ ਘੱਟ ਨੇ। ਜੇ ਅਰਥ ਵਿਵਸਥਾ ਦੇ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ ਅਸੀਂ ਡਿਸਕਸ ਕਰੀਏ ਕਿ ਬੇਰੁਜ਼ਗਾਰੀ ਜ਼ਿਆਦਾ ਹੈ, ਉਸ ਦੇ ਕਾਰਨਾਂ ਦੀ ਡਿਸਕਸ਼ਨ ਨਾ ਕਰੀਏ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਪੋਜ਼ਿਟਿਵ ਅਰਥਸ਼ਾਸਤਰ। ਲੇਕਿਨ ਨੋਰਮੇਟਿਵ ਆਦਰਸ਼ ਵਿਗਿਆਨ ਦੇ ਵਿੱਚ ਅਸੀਂ ਇਸ ਗੱਲ ਦਾ ਡਿਸਕਸ਼ਨ ਕਰਦੇ ਹਾਂ ਕਿ ਵਟ ਆਊਟ ਟੂ ਬੀ, ਵਟ ਆਊਟ ਨੋਟ ਟੂ ਬੀ, ਕਿ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਅਸੀਂ ਜੇ ਗੱਲ ਕਰੀਏ ਕਿ ਅਰਥ ਵਿਵਸਥਾ ਵਿੱਚ ਬੇਰੁਜ਼ਗਾਰੀ ਨਹੀਂ ਹੋਣੀ ਚਾਹੀਦੀ, ਇਸ ਦੇ ਕਾਰਨਾਂ ਦੀ ਅਸੀਂ ਨੂੰ ਲੱਭਣ ਦੀ ਕੋਸ਼ਿਸ਼ ਕਰੀਏ ਕਿ ਬੇਰੁਜ਼ਗਾਰੀ ਦੇ ਕਾਰਨ ਕੀ ਨੇ। ਕੀਮਤਾਂ ਜੇ ਵੱਧ ਰਹੀਆਂ ਨੇ ਉਹਨਾਂ ਦੇ ਕਾਰਨ, ਕੀਮਤਾਂ ਵੱਧ ਰਹੀਆਂ ਕੀਮਤਾਂ ਅਰਥ ਵਿਵਸਥਾ ਦੇ ਲਈ ਚੰਗੀਆਂ ਨਹੀਂ ਹੈ, ਮਾਸਿਸ ਦੇ ਲਈ, ਗਰੀਬ ਲੋਕਾਂ ਦੇ ਲਈ ਚੰਗੀਆਂ ਨਹੀਂ ਹੈ, ਤਾਂ ਉਸ ਦੇ ਕਾਰਨਾਂ ਦੀ ਗੱਲ ਕਰੀਏ ਅਤੇ ਫਿਰ ਉਸ ਨੂੰ ਇਹ ਕਹੀਏ ਕਿ ਇਹ ਕੀਮਤਾਂ ਵੱਧ ਰਹੀਆਂ ਚੰਗੀਆਂ ਨਹੀਂ ਹੈ, ਜਾਂ ਬੇਰੁਜ਼ਗਾਰੀ ਅਰਥ ਵਿਵਸਥਾ ਲਈ ਚੰਗੀ ਨਹੀਂ ਹੈ, ਜਾਂ ਡਿਸਟ੍ਰੀਬਿਊਸ਼ਨ ਅਨਇਕੁਅਲ ਡਿਸਟ੍ਰੀਬਿਊਸ਼ਨ ਆਫ ਇਨਕਮ ਜਿਹੜੀ ਅਰਥ ਵਿਵਸਥਾ ਦੇ ਲਈ ਚੰਗੀ ਨਹੀਂ ਹੈ, ਕਿ ਗਰੀਬਾਂ ਅਤੇ ਅਮੀਰਾਂ ਵਿੱਚ ਜਿਹੜਾ ਅੰਤਰ ਹੈ ਉਹ ਅਰਥ ਵਿਵਸਥਾ ਦੇ ਲਈ ਠੀਕ ਨਹੀਂ ਹੈ। ਜਦੋਂ ਇਸ ਤਰ੍ਹਾਂ ਦੀ ਡਿਸਕਸ਼ਨ ਕਰੀਏ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਨੋਰਮੇਟਿਵ ਇਕਨੋਮਿਕਸ, ਆਦਰਸ਼ ਵਿਗਿਆਨ। ਨੈਕਸਟ ਇਜ਼ ਦਾ ਮਾਈਕਰੋ ਐਂਡ ਮੈਕਰੋ ਇਕਨੋਮਿਕਸ। ਮਾਈਕਰੋ ਅਤੇ ਮੈਕਰੋਸ ਇਹ ਇੱਕ ਗ੍ਰੀਕ ਦੇ ਸ਼ਬਦ ਨੇ। ਮਾਈਕਰੋ ਦਾ ਮਤਲਬ ਹੁੰਦਾ ਸਮਾਲ ਅਤੇ ਮੈਕਰੋ ਦਾ ਮਤਲਬ ਹੁੰਦਾ ਲਾਰਜ। ਸਮਾਲ ਮੈਨੇ ਛੋਟੀ ਇਕਾਈਆਂ ਅਤੇ ਮੈਕਰੋ ਮੈਨੇ ਬੜੀ ਇਕਾਈਆਂ। ਤਾਂ ਮਾਈਕਰੋ ਇਕਨੋਮਿਕਸ ਦੇ ਵਿੱਚ ਅਸੀਂ ਅਰਥ ਵਿਵਸਥਾ ਦੀ ਵਿਅਕਤੀਗਤ ਇਕਾਈਆਂ ਦਾ ਅਧਿਐਨ ਕਰਦੇ ਹਾਂ, ਜਿਵੇਂ ਇੱਕ ਵਿਅਕਤੀ, ਇੱਕ ਘਰ, ਇੱਕ ਮਤਲਬ ਹਾਊਸਹੋਲਡ ਯੂਨਿਟਸ। ਤਾਂ ਅਸੀਂ ਇਹਦੇ ਵਿੱਚ ਉਪਭੋਗੀ ਦੇ ਸੰਤੁਲਨ ਦੀ, ਇੱਕ ਵਪਾਰੀ ਦੇ ਸੰਤੁਲਨ ਦੀ, ਇੱਕ ਪ੍ਰੋਡਿਊਸਰ ਕਦੋਂ ਵੱਧ ਤੋਂ ਵੱਧ ਸੰਤੁਲਨ ਦੀ ਹਾਲਤ ਵਿੱਚ ਹੋ ਸਕਦਾ, ਕਦੋਂ ਸੰਤੁਲਨ ਦੀ ਹਾਲਤ ਵਿੱਚ ਹੋਏਗਾ, ਇੱਕ ਉਪਭੋਗੀ ਕਦੋਂ ਸੰਤੁਲਨ ਦੀ ਹਾਲਤ ਵਿੱਚ ਹੋਏਗਾ। ਤਾਂ ਮਾਈਕਰੋ ਇਕਨੋਮਿਕਸ ਵਿੱਚ ਅਸੀਂ ਇਸ ਗੱਲ ਦੀ ਅਧਿਐਨ ਕਰਦੇ ਹਾਂ। ਇੱਕ ਵਿਅਕਤੀ ਦੀ ਇਨਕਮ ਦੀ, ਇੱਕ ਫਰਮ ਦੀ ਇਨਕਮ ਦੀ ਗੱਲ ਅਸੀਂ ਕਰਦੇ ਹਾਂ। ਤਾਂ ਲੇਕਿਨ ਮੈਕਰੋ ਇਕਨੋਮਿਕਸ ਦੇ ਵਿੱਚ ਅਸੀਂ ਸਮੂਹਿਕ ਮੰਗ ਦੀ ਗੱਲ ਕਰਦੇ ਹਾਂ, ਕੁੱਲ ਮੰਗ ਦੀ ਗੱਲ ਕਰਦੇ ਹਾਂ।
ਅਸੀਂ ਕੁੱਲ ਪੂਰਤੀ ਐਗਰੀਗੇਟ ਡਿਮਾਂਡ, ਐਗਰੀਗੇਟ ਸਪਲਾਈ ਦੀ ਗੱਲ ਕਰਦੇ ਹਾਂ। ਸਮੂਹਿਕ ਤੌਰ ਤੇ ਅਸੀਂ ਅਸੀਂ ਉੱਥੇ ਇੱਕ ਵਸਤੂ ਦੀ ਕੀਮਤ ਦੀ ਗੱਲ ਨਹੀਂ ਕਰਦੇ, ਅਸੀਂ ਸਾਰੀਆਂ ਵਸਤੂ ਦੀ ਗੱਲ ਕਰਦੇ ਹਾਂ, ਅਸੀਂ ਜਨਰਲ ਇਕੁਇਲਿਬ੍ਰੀਅਮ ਦੀ ਗੱਲ ਕਰਦੇ ਹਾਂ। ਤਾਂ ਮੈਕਰੋ ਇਕਨੋਮਿਕਸ ਅੱਗੇ ਹੈ ਸਟਾਕ ਐਂਡ ਫਲੋ, ਸਟਾਕ ਅਤੇ ਪ੍ਰਵਾਹ। ਸਟਾਕ ਕੀ ਹੈ? ਜਦੋਂ ਅਸੀਂ ਇੱਕ ਨਿਸ਼ਚਿਤ ਬਿੰਦੂ ਦੇ ਉੱਤੇ, ਇੱਕ ਸਮੇਂ ਦੇ ਇੱਕ ਨਿਸ਼ਚਿਤ ਪੁਆਇੰਟ ਦੇ ਉੱਤੇ ਅਸੀਂ ਮੇਜ਼ਰ ਕਰੀਏ ਕਿਸੇ ਵੀ ਉਤਪਾਦਨ ਨੂੰ, ਕਿਸੇ ਵੀ ਸਟਾਕ ਨੂੰ, ਕਿਸੇ ਵੀ ਵਸਤੂਆਂ ਨੂੰ। ਲੇਕਿਨ ਫਲੋ ਦੇ ਵਿੱਚ ਓਵਰ ਅ ਪੀਰੀਅਡ ਆਫ ਟਾਈਮ, ਨੋਟ ਐਟ ਅ ਪੁਆਇੰਟ ਆਫ ਟਾਈਮ, ਇੱਕ ਸਮੇਂ ਤੋਂ ਲੈ ਕੇ ਦੂਜੇ ਸਮੇਂ ਤੱਕ ਉਤਪਾਦਨ ਕਿੰਨਾ ਹੋਇਆ। ਇੱਕ ਨਿਸ਼ਚਿਤ ਸਮੇਂ ਤੇ ਉਤਪਾਦਨ ਕਿੰਨਾ ਹੋਇਆ ਸਟਾਕ ਹੈ, ਇੱਕ ਸਮੇਂ ਤੋਂ ਲੈ ਕੇ ਦੂਜੇ ਸਮੇਂ ਤੱਕ, ਮਤਲਬ ਕਿ 2021 ਤੋਂ ਲੈ ਕੇ 2021 ਦੇ ਵਿੱਚ, ਮਤਲਬ ਕਿ ਜਨਵਰੀ 2021 ਤੋਂ ਲੈ ਕੇ ਦਸੰਬਰ 2021 ਦੇ ਵਿੱਚ ਕਿੰਨਾ ਉਤਪਾਦਨ ਹੋਇਆ, ਇਹ ਫਲੋ ਹੈ। ਲੇਕਿਨ ਦਸੰਬਰ 21 ਦੀ ਗੱਲ ਕਰੀਏ ਤਾਂ ਜਨਵਰੀ 21 ਦੀ ਗੱਲ ਕਰੀਏ ਤਾਂ ਦੈਟ ਇਜ਼ ਦਾ ਸਟਾਕ, ਉਸ ਉਦੋਂ ਕਿੰਨਾ ਉਤਪਾਦਨ ਹੋਇਆ। ਤਾਂ ਅੱਗੇ ਹੈ ਸਟੈਟਿਕਸ ਐਂਡ ਡਾਇਨਾਮਿਕਸ, ਸਥਿਰ ਅਤੇ ਗਤੀਸ਼ੀਲਤਾ। ਸਥਿਰ ਅਤੇ ਗਤੀਸ਼ੀਲਤਾ ਮਾਡਲ, ਸਟੈਟਿਕ ਮਾਡਲ ਦੇ ਵਿੱਚ ਅਸੀਂ ਸਮੇਂ ਨੂੰ ਆਧਾਰ ਨਾ ਮੰਨ ਕੇ ਅਸੀਂ ਵੇਰੀਏਬਲਸ ਨੂੰ ਸਟੱਡੀ ਕਰਦੇ ਹਾਂ। ਜਦੋਂ ਇਸ ਨੂੰ ਸਮੇਂ ਦੇ ਨਾਲ ਸੰਬੰਧਿਤ ਨਾ ਕੀਤਾ ਜਾਵੇ, ਵੇਰੀਏਬਲਸ ਨੂੰ, ਚਰਾਂ ਨੂੰ, ਤਾਂ ਇਸ ਨੂੰ ਅਸੀਂ ਸਟੈਟਿਕ ਮਾਡਲ ਕਹਿੰਦੇ ਹਾਂ। ਜਿਵੇਂ ਡਿਮਾਂਡ ਸਪਲਾਈ ਮਾਡਲ ਆਫ ਮਾਰਕੀਟ ਬਿਹੇਵੀਅਰ ਇੱਕ ਸਪਲਾਈ ਮਾਡਲ ਹੈ, ਮੰਗ ਅਤੇ ਪੂਰਤੀ ਦਾ ਜਿਹੜਾ ਮਾਡਲ ਹੈ ਮਾਰਕੀਟ ਦੇ ਵਿੱਚ, ਇਹ ਇੱਕ ਸਟੈਟਿਕ ਮਾਡਲ ਹੈ, ਕਿਉਂਕਿ ਇਸ ਨੂੰ ਸਮੇਂ ਦੇ ਨਾਲ ਅਸੀਂ ਡਿਸਕਸ ਨਹੀਂ ਕਰਦੇ, ਕਿਉਂਕਿ ਸਮੇਂ ਦੇ ਮੁਤਾਬਕ ਇਹ ਚੇਂਜ ਹੁੰਦਾ ਰਹਿੰਦਾ ਹੈ। ਜੇ ਇਸ ਨੂੰ ਅਸੀਂ ਸਮੇਂ ਦੇ ਮੁਤਾਬਕ ਲੈ ਲਈਏ ਕਿ ਇੱਕ ਪਾਰਟਿਕੂਲਰ ਸਮੇਂ ਦੇ ਵਿੱਚ ਡਿਮਾਂਡ ਕਿੰਨੀ ਸੀ, ਇੱਕ ਪਾਰਟਿਕੂਲਰ ਸਮੇਂ ਦੇ ਵਿੱਚ ਸਪਲਾਈ ਕਿੰਨੀ ਸੀ, ਉਸ ਨੂੰ ਇਸੇ ਮਾਡਲ ਨੂੰ ਅਸੀਂ ਲੈ ਲਈਏ ਤਾਂ ਇਹ ਮਾਡਲ ਜਿਹੜਾ ਹੈ ਡਾਇਨਾਮਿਕਸ ਬਣ ਜਾਏ, ਗਤੀਸ਼ੀਲ ਬਣ ਜਾਏ। ਅਤੇ ਕਈ ਇਕਨੋਮਿਸਟ ਜਿਹੜੇ ਨੇ ਇਸ ਨੂੰ ਟਾਈਮ ਨੂੰ ਵੀ ਲੈਗ ਮੰਨ ਕੇ ਚੱਲਦੇ ਨੇ। ਜੇ ਡਿਮਾਂਡ ਜਿਹੜਾ ਹੈ ਇੱਕ ਟੀ ਟਾਈਮ ਦੇ ਉੱਤੇ ਅਸੀਂ ਲੈਂਦੇ ਹਾਂ ਅਤੇ ਸਪਲਾਈ ਨੂੰ T-1 ਦੀ ਗੱਲ ਕਰਦੇ ਹਾਂ ਕਿ ਸਪਲਾਈ ਜਿਹੜੀ ਹੈ ਪਹਿਲਾਂ ਕਿੰਨੀ ਸੀ ਅਤੇ ਹੁਣ ਕਿੰਨੀ ਹੈ, ਜਾਂ ਪਹਿਲਾਂ ਸਪਲਾਈ ਕਿੰਨੀ ਸੀ, ਹੁਣ ਉਸ ਦੇ ਅਕੋਰਡਿੰਗਲੀ, ਉਸ ਦੇ ਅਨੁਸਾਰ ਡਿਮਾਂਡ ਕਿੰਨੀ ਹੈ, ਤਾਂ ਇਹ ਡਾਇਨਾਮਿਕਸ ਮਾਡਲ ਬਣ ਜਾਂਦਾ, ਤਾਂ ਇਹ ਇੱਕ ਗਤੀਸ਼ੀਲ ਮਾਡਲ ਬਣ ਜਾਂਦਾ। ਯੈਸ, ਤਾਂ ਅੱਜ ਫਿਰ ਅਸੀਂ ਡਿਸਕਸ ਕੀਤਾ ਹੈ, ਰਿਪੀਟ ਕਰਦੇ ਹਾਂ। ਤਾਂ ਪਹਿਲਾਂ ਅਸੀਂ ਅਰਥਸ਼ਾਸਤਰ ਦੀ ਪਰਿਭਾਸ਼ਾ ਕੀਤੀ ਹੈ, ਸੈਮੂਅਲਸਨ ਨੇ ਇਹਨੂੰ ਕਿਵੇਂ ਲਿਆ। ਬੇਸਿਕ ਤੌਰ ਤੇ ਇਕਨੋਮਿਕਸ ਜਿਹੜਾ ਹੈ ਦੁਰਲਭ ਸਾਧਨਾਂ ਦੇ ਨਾਲ ਡੀਲ ਕਰਦਾ ਹੈ। ਦੁਰਲਭ ਕਿਉਂ ਹੁੰਦੇ ਨੇ? ਕਿਉਂਕਿ ਸਾਡੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਜ਼ਿਆਦਾ ਹੁੰਦੀਆਂ। ਫਿਰ ਅਸੀਂ ਪ੍ਰੋਡਕਸ਼ਨ ਦੀ ਗੱਲ ਕੀਤੀ। ਪ੍ਰੋਡਕਸ਼ਨ ਕੀ ਹੈ? ਨਥਿੰਗ ਬਟ ਦਾ ਕ੍ਰੀਏਸ਼ਨ ਆਫ ਯੂਟਿਲਿਟੀ। ਜਦੋਂ ਅਸੀਂ ਤੁਸ਼ਟੀਗੁਣ ਦਾ ਨਿਰਮਾਣ ਕਰਦੇ ਹਾਂ ਤਾਂ ਇਸ ਨੂੰ ਅਸੀਂ ਉਤਪਾਦਨ ਕਰਦੇ ਹਾਂ। ਤਾਂ ਇਹ ਕਿਸੇ ਵੀ ਅਰਥ ਵਿਵਸਥਾ ਦੀ ਜਿਹੜੀ ਬੇਸਿਕ ਸਮੱਸਿਆ ਹੈ ਉਹ ਹੈ ਵਾਟ ਟੂ ਪ੍ਰੋਡਿਊਸ, ਕੀ ਪੈਦਾ ਕਰਨਾ ਹੈ, ਕਿਵੇਂ ਅਸੀਂ ਪੈਦਾ ਕਰਨਾ, ਹਾਊ ਟੂ ਪ੍ਰੋਡਿਊਸ, ਫॉर whom ਟੂ ਪ੍ਰੋਡਿਊਸ, ਕਿਹਦੇ ਲਈ ਅਸੀਂ ਪੈਦਾ ਕਰਨਾ। ਇਹਨਾਂ ਸਮੱਸਿਆਵਾਂ ਦਾ ਹੱਲ ਇੰਨਾ ਸੌਖਾ ਨਹੀਂ ਹੁੰਦਾ। ਫਿਰ ਪ੍ਰੋਬਲਮ ਆਫ ਗ੍ਰੋਥ, ਕਿ ਅਸੀਂ ਵਿਕਾਸ ਕਿਵੇਂ ਕਰਨਾ ਹੈ। ਵਿਕਾਸ ਕਰਨ ਦੀ ਸਮੱਸਿਆ ਇਸ ਕਰਕੇ ਹੈ ਕਿਉਂਕਿ ਵਿਕਾਸ ਦੇ ਲਈ ਸਾਡੇ ਕੋਲ ਸਾਧਨ ਕੀ ਹੈ? ਘੱਟ। ਸਾਧਨ ਕਿਉਂ ਘੱਟ ਹੈ? ਕਿਉਂਕਿ ਇਨਕਮ ਘੱਟ ਹੈ। ਇਨਕਮ ਕਿਉਂ ਘੱਟ ਹੈ? ਕਿਉਂਕਿ ਪ੍ਰੋਡਕਸ਼ਨ ਘੱਟ ਹੈ। ਜੇ ਇਨਕਮ ਘੱਟ ਹੈ ਤਾਂ ਕੰਜ਼ੰਪਸ਼ਨ ਜ਼ਿਆਦਾ ਹੈ, ਉਪਭੋਗ ਜ਼ਿਆਦਾ ਹੈ, ਅਤੇ ਸੇਵਿੰਗ ਘੱਟ ਹੈ। ਜੇ ਸੇਵਿੰਗ ਘੱਟ ਹੈ ਤਾਂ ਨਿਵੇਸ਼ ਘੱਟ ਹੈ। ਫਿਰ ਅਸੀਂ ਚੁਆਇਸ ਕਰਨੀ ਹੁੰਦੀ ਹੈ ਪਬਲਿਕ ਅਤੇ ਪ੍ਰਾਈਵੇਟ ਗੁੱਡਸ। ਤਾਂ ਪ੍ਰਾਈਵੇਟ ਗੁੱਡਸ ਕਿਹੜੀਆਂ ਹੁੰਦੀਆਂ ਨੇ? ਜਿਨ੍ਹਾਂ ਦੀ ਇੱਕ ਕੀਮਤ ਨਿਸ਼ਚਿਤ ਹੁੰਦੀ ਹੈ। ਉਸ ਨਿਸ਼ਚਿਤ ਕੀਮਤ ਤੇ ਜੇ ਅਸੀਂ ਉਸ ਨੂੰ ਖਰੀਦ ਸਕਦੇ ਹਾਂ ਤਾਂ ਉਹ ਕੁਝ ਖਰੀਦ ਸਕਦੇ ਹਾਂ, ਕੁਝ ਨਹੀਂ ਖਰੀਦ ਸਕਦੇ। ਲੇਕਿਨ ਪਬਲਿਕ ਗੁੱਡਸ ਦੀ ਜਿਹੜੀਆਂ ਪ੍ਰਾਈਸਿਸ ਆਮ ਤੌਰ ਤੇ ਨਹੀਂ ਹੁੰਦੀਆਂ, ਉੱਥੇ ਹਰੇਕ ਬੰਦਾ ਜਿਹੜਾ ਹੈ ਉਸ ਦੀ ਪਹੁੰਚ ਤੱਕ ਉਸ ਨੂੰ ਅਫੋਰਡ ਕਰ ਸਕਦਾ, ਉਸ ਨੂੰ ਪਰਚੇਜ ਕਰ ਸਕਦਾ, ਉਸ ਨੂੰ ਯੂਜ਼ ਕਰ ਸਕਦਾ, ਉਸ ਦੀ ਯੂਟਿਲਿਟੀ ਲੈ ਸਕਦਾ। ਫਿਰ ਅਸੀਂ ਡਿਸਕਸ ਕੀਤਾ ਸੀ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ। ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਕੀ ਹੁੰਦੀ ਹੈ ਕਿ ਦਿੱਤੇ ਹੋਏ ਸਾਧਨਾਂ ਦੇ ਨਾਲ ਦਾ ਪ੍ਰਯੋਗ ਕਰਕੇ ਜਿਹੜੀ ਕਰਵ ਦੋ ਵਸਤੂਆਂ ਦੇ ਅਜਿਹੇ ਜੋੜੇ ਪ੍ਰਗਟ ਕਰੇ ਜਿਸ ਦਾ ਅਸੀਂ ਉਤਪਾਦਨ ਕਰ ਸਕਦੇ ਹੋਈਏ, ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ। ਤਾਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ
ਜਿਹੜੀ ਇਹਦੀ ਢਲਾਨ ਉੱਪਰ ਤੋਂ ਨੀਚੇ ਵੱਲ ਹੁੰਦੀ ਹੈ ਅਤੇ ਇਹ ਕਨਕੇਵ ਟੂ ਦਾ ਪੁਆਇੰਟ ਆਫ ਓਰੀਜਨ ਹੁੰਦੀ ਹੈ, ਮੂਲ ਬਿੰਦੂ ਵੱਲ ਨੂੰ ਤੋਂ ਦੂਰ ਹੁੰਦੀ ਹੈ। ਮੂਲ ਬਿੰਦੂ ਤੋਂ ਦੂਰ ਕਿਉਂ ਹੁੰਦੀ ਹੈ? ਕਿਉਂਕਿ ਇਹ ਇੱਕ ਰੀਅਲਿਸਟਿਕ ਅਜੰਪਸ਼ਨ ਹੈ, ਰੀਅਲਿਸਟਿਕ ਵਾਸਤਵਿਕ ਮਾਨਤਾ ਤੇ ਆਧਾਰਿਤ ਹੈ। ਤਾਂ ਇਹ ਇਹਦੀਆਂ ਕੈਰੈਕਟਰਿਸਟਿਕਸ ਵੀ ਹੈਗੀਆਂ ਪ੍ਰੋਡਕਸ਼ਨ ਪੋਸੀਬਿਲਿਟੀ ਕਰਵ ਦੀ। ਫਿਰ ਅਸੀਂ ਇਕਨੋਮਿਕ ਮੈਥੋਡੋਲੋਜੀ ਅਤੇ ਇਕਨੋਮਿਕ ਲਾਜ਼ ਦੀ ਗੱਲ ਕੀਤੀ ਹੈ ਕਿ ਕਿਵੇਂ ਅਸੀਂ ਵਿਗਿਆਨ ਦਾ ਪ੍ਰਯੋਗ ਕਰਕੇ ਆਰਥਿਕ ਨਿਯਮਾਂ ਦਾ ਰਚਨਾ ਕਰਦੇ ਹਾਂ। ਫਿਰ ਅਸੀਂ ਕਨਸੈਪਟ ਆਫ ਇਕੁਇਲਿਬਰੀਅਮ ਦੀ ਗੱਲ ਕੀਤੀ ਹੈ। ਫਿਰ ਪੋਜ਼ਿਟਿਵ ਅਤੇ ਨੋਰਮੇਟਿਵ ਇਕਨੋਮਿਕਸ ਦੀ ਅਸੀਂ ਗੱਲ ਕੀਤੀ ਹੈ। ਲਾਸਟ ਦੇ ਵਿੱਚ ਮਾਈਕਰੋ ਐਂਡ ਮੈਕਰੋ ਇਕਨੋਮਿਕਸ ਅਤੇ ਸਟਾਕ ਐਂਡ ਫਲੋਜ਼, ਸਟੈਟਿਕ ਐਂਡ ਡਾਇਨਾਮਿਕਸ ਦੀ ਅਸੀਂ ਡਿਸਕਸ਼ਨ ਕੀਤੀ। ਥੈਂਕ ਯੂ।